ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਅੰਗ ਨੰਬਰ 62 ਤੇ 62 ਵਿਚਾਲੇ ਜੇ ਕਰਕੇ ਹੈ 4 ਨੰਬਰ। 4 ਨੰਬਰ ਤੋਂ ਬਾਅਦ ਆਪਾਂ ਪੜ੍ਹਨਾ। ਬਾਣੀ ਚੱਲ ਰਹੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ। ਗੁਰੂ ਨਾਨਕ ਦੇਵ ਮਹਾਰਾਜ ਫਰਮਾਨ ਕਰਦੇ ਨੇ, ਮਨ ਹਠ ਬੁੱਧੀ ਤਦਰ ਬਿਹਾਰੀ ਬਿੰਦੀ ਕੇਤੀਆਂ ਆਲੇ ਨੂੰ ਕੰਨਾ ਬਿੰਦੀ। ਮਨ ਹਠ ਬੁੱਧੀ ਕੇਤੀਆਂ ਕੇਤੇ ਵੇਦ ਵਿਚਾਰ ਕੇਤੇ ਬੰਧਨ ਜੀ ਕੇ ਗੁਰਮੁਖ ਮੋਖ ਦੁਆਰ। ਸੱਚੋਂ ਹਾਹੇ ਤੇ ਟਿੱਪੀ ਸੱਚੋਂ ਔਰੈ ਸਭ ਕੋ ਉਪਰ ਸੱਚ ਆਚਾਰ। ਇੱਕ ਹੁੰਦਾ ਗੁਰੂ ਦੇ ਆਖੇ ਲਾ ਕੇ ਕੋਈ ਕਰਮ ਕਰਨਾ, ਇੱਕ ਹੁੰਦਾ ਆਪਣੀ ਮਰਜ਼ੀ ਨਾਲ ਕਰਨਾ। ਜਦੋਂ ਆਪਾਂ ਆਪਣੀ ਮਰਜ਼ੀ ਕਰਦੇ ਉਹਨੂੰ ਕਹਿੰਦੇ ਮਨ ਹਠ। ਮਨ ਹਠ ਬੁੱਧੀ ਕੇਤੀਆਂ, ਕਿੰਨੇ ਬੁੱਧੀ ਕੇਤੀਆਂ, ਕਿੰਨੇ ਹੀ ਅਕਲਮੰਦ ਲੋਕ, ਆਪਣੇ ਆਪ ਨੂੰ ਅਕਲਮੰਦ ਲੋਕ ਸਮਝਣ ਵਾਲੇ ਕਿੰਨੇ ਨੇ ਜਿਹੜੇ ਮਨ ਹਠ ਕਰਕੇ ਵੇਦਾਂ ਦੀ ਵਿਚਾਰ ਕਰਦੇ ਨੇ। ਗੁਰੂ ਦੇ ਅਨੁਸਾਰ ਚੱਲ ਕੇ ਨਹੀਂ, ਆਪਣੇ ਮਨ ਕਰਕੇ ਮਨ ਹਠ ਕਰਕੇ ਧਾਰਮਿਕ ਪੁਸਤਕਾਂ ਦੀ ਵਿਚਾਰ ਕਰਦੇ ਨੇ। ਕੇਤੇ ਬੰਧਨ ਜੀ ਕੇ ਗੁਰਮੁਖ ਮੋਖ ਦੁਆਰ। ਮਨ ਹਟ ਕਰਕੇ ਭਾਵੇਂ ਅਸੀਂ ਧਾਰਮਿਕ ਕਰਮ ਕਰੀਏ ਫਿਰ ਵੀ ਇਹ ਆਤਮਾ ਦਾ ਬੰਧਨ ਹੈ, ਇਹ ਜਿੰਦ ਦੇ ਬੰਧਨ ਨੇ। ਦੇਖਣ ਨੂੰ ਧਾਰਮਿਕ ਕਰਮ ਕੀਤੇ ਜਾ ਰਹੇ ਹਨ ਪਰ ਉਹ ਮਨ ਮਰਜ਼ੀ ਨਾਲ ਕੀਤੇ ਜਾ ਰਹੇ ਨੇ, ਮਨ ਹਟ ਕਰਕੇ ਕੀਤੇ ਜਾ ਰਹੇ ਨੇ, ਗੁਰੂ ਦੇ ਆਖੇ ਲੱਗ ਕੇ ਨਹੀਂ ਕੀਤੇ ਜਾ ਰਹੇ। ਇਸ ਲਈ ਬੰਧਨ ਨੇ। ਗੁਰਮੁਖ ਮੋਖ ਦੁਆਰ, ਗੁਰੂ ਦੇ ਰਾਹੀਂ ਫਿਰ ਮੁਕਤੀ ਮਿਲਦੀ ਹੈ। ਜਿਹੜਾ ਗੁਰਮੁਖ ਹੋ ਜਾਂਦਾ ਹੈ ਉਹ ਫਿਰ ਜਿਵੇਂ ਗੁਰੂ ਮਹਾਰਾਜ ਕਹਿੰਦੇ ਨੇ ਉਹ ਉਵੇਂ ਕਰਦਾ ਹੈ। ਸਿਰਫ ਉਹੀ ਕਰਮ ਬੰਧਨ ਬਣਦਾ ਹੈ ਜਿਹੜਾ ਅਸੀਂ ਆਪਣੀ ਮਰਜ਼ੀ ਨਾਲ ਕਰਦੇ ਹਾਂ। ਜਿਹੜਾ ਕਰਮ ਗੁਰੂ ਦੀ ਮਰਜ਼ੀ ਨਾਲ ਕੀਤਾ ਹੈ ਉਹ ਸਗੋਂ ਬੰਧਨਾਂ ਨੂੰ ਦੂਰ ਕਰਦਾ ਹੈ। ਜਿਹੜੇ ਸਾਨੂੰ ਬੰਧਨ ਪਏ ਹੋਏ ਵੀ ਹਨ, ਜਦੋਂ ਅਸੀਂ ਗੁਰੂ ਮਹਾਰਾਜ ਦੀ ਮਰਜ਼ੀ ਅਨੁਸਾਰ ਕਰਮ ਕਰਾਂਗੇ ਉਸ ਬੰਧਨ ਖਤਮ ਹੋ ਜਾਂਦੇ, ਮਨੁੱਖ ਨੂੰ ਮੁਕਤੀ ਦਾ ਦਰ ਪ੍ਰਾਪਤ ਹੋ ਜਾਂਦਾ ਹੈ। ਸੋ ਜਿਹੜੇ ਕਰਮਾਂ ਨੂੰ ਗੁਰਬਾਣੀ ਕਰਨ ਦੀ ਆਗਿਆ ਦਿੰਦੀ ਹੈ ਸਿਰਫ ਉਹੀ ਕਰਮ ਕਰਨੇ ਚਾਹੀਦੇ ਨੇ, ਮਨ ਮਰਜ਼ੀ ਨਾਲ ਨਹੀਂ ਕਰਨੇ ਚਾਹੀਦੇ। ਸੱਚੋਂ ਔਰੈ ਸਭ ਕੋ ਉਪਰ ਸੱਚ ਆਚਾਰ। ਸੱਚੋਂ ਜਦੋਂ ਤੂੰ ਨਾਲ ਮਤਲਬ ਲੱਗਾ ਹੋਵੇ ਉਦੋਂ ਹਾਹੇ ਤੇ ਟਿੱਪੀ ਲੱਗਦੀ ਹੈ। ਜਿਵੇਂ ਘਰ ਤੋਂ, ਸਕੂਲੋਂ, ਸਕੂਲ ਤੋਂ, ਦਫ਼ਤਰ ਤੋਂ, ਸੱਚੋਂ ਸੱਚ ਤੋਂ। ਔਰੈ ਹੁੰਦਾ ਹੇਠਾਂ ਨੀਵਾਂ। ਹਰ ਇੱਕ ਧਾਰਮਿਕ ਕਰਮ ਸੱਚ ਤੋਂ ਨੀਵਾਂ ਹੈ। ਉੱਪਰ ਸੱਚ ਆਚਾਰ, ਅਤੇ ਸਾਰਿਆਂ ਤੋਂ ਉੱਪਰ ਕਿਹੜਾ ਕਰਮ ਹੈ? ਸੱਚ ਦੇ ਅਨੁਸਾਰ ਜੀਵਨ ਜਿਉਣਾ। ਆਚਾਰ ਹੈ ਸਾਡੀ ਰਹਿਣੀ ਬਹਿਣੀ, ਸਾਡੇ ਕਰਮ, ਇਹ ਸਾਡੇ ਕਰੈਕਟਰ ਬਣਦੇ। ਸੋ ਸਾਰੇ ਧਾਰਮਿਕ ਕਰਮ ਸੱਚ ਤੋਂ ਨੀਵੇਂ ਨੇ। ਸਾਰੇ ਧਾਰਮਿਕ ਕਰਮਾਂ ਤੋਂ ਉੱਪਰ ਹੈ ਸੱਚ ਦੇ ਅਨੁਸਾਰ ਜੀਵਨ ਜਿਉਣਾ। ਸਭ ਕੋ ਉੱਚਾ ਆਖੀਏ, ਇਹਨੂੰ ਉੱਚਾ ਨਹੀਂ ਪੜ੍ਹਨਾ। ਪੰਜਾਬੀ 'ਚ ਹੁੰਦਾ ਉੱਚਾ, ਉਹਦੇ ਨੂੰ ਔਂਕੜ ਹੁੰਦਾ। ਹਿੰਦੀ 'ਚ ਹੁੰਦਾ ਉੱਚਾ, ਇਹ ਊੜੇ ਨੂੰ ਬਿੰਦੀ ਲਾ ਕੇ ਪੜ੍ਹਨਾ। ਸਭ ਕੋ ਉੱਚਾ ਆਖੀਏ
ਨੀਚ ਨ ਦੀਸੈ ਕੋਏ, ਇਕ ਨੇ ਭਾਂਡੇ ਸਾਜੇ, ਇੱਕ ਚਾਨਣ ਤਿਹੁ ਲੋਏ। ਜਦੋਂ ਅਰਥ ਹੋਏਗਾ ਤਿੰਨਾਂ, ਦੋਨਾਂ, ਚੌਹਾਂ, ਉਦੋਂ ਫਿਰ ਹਾਹੇ ਤੇ ਟਿੱਪੀ ਲੱਗਦੀ ਹੈ। ਤਿਹੁ ਮੈਨੇ ਤਿੰਨਾਂ, ਲੋਏ ਮੈਨੇ ਲੋਕ, ਭਾਵ ਆਕਾਸ਼, ਪਤਾਲ, ਮਾਤ ਲੋਕ, ਇਹਨਾਂ ਲੋਏ ਕਹਿੰਦੇ ਨੇ। ਇਹ ਤਿੰਨ ਲੋਕ ਨੇ। ਕਰਮ ਮਿਲੈ ਸੱਚ ਪਾਈਏ, ਧੁਰ ਬਖਸ਼ ਨਾ ਮਿਟੈ ਕੋਈ। ਬਖਸ਼ ਫਾਰਸੀ ਦਾ ਸ਼ਬਦ ਹੈ। ਇਹ ਖੱਖੇ ਦੇ ਪੈਰ 'ਚ ਬਿੰਦੀ ਬੋਲਣੀ ਹੈ ਅਤੇ ਸੱਸੇ ਦੇ ਪੈਰ 'ਚ ਬਿੰਦੀ ਬੋਲਣੀ। ਬਖਸ਼, ਬਖਸ਼ਿਸ਼ ਜਿਹਨੂੰ ਆਪਾਂ ਕਹਿੰਦੇ। ਸਭ ਕੋ ਉੱਚਾ ਆਖੀ, ਹਰ ਇੱਕ ਨੂੰ ਉੱਚਾ ਕਹਿਣਾ ਚਾਹੀਦਾ। ਨੀਚ ਨਾ ਦੀਸੈ ਕੋਈ, ਕੋਈ ਨੀਵਾਂ ਨਹੀਂ ਦੱਸਣਾ ਚਾਹੀਦਾ। ਸੋਚ ਹੈ ਨਾ, ਸਾਡੇ ਲਈ ਕੋਈ ਉੱਚਾ ਕੋਈ ਨੀਵਾਂ। ਸੋਚ ਉੱਚੀ ਰੱਖਣੀ ਹੈ। ਕਹਿਣਾ ਵੀ ਸਾਰੇ ਹੀ ਭਾਈ ਵਧੀਆ ਨੇ, ਘਟੀਆ ਕੋਈ ਨਹੀਂ ਹੈਗਾ। ਇੱਕ ਨੇ ਭਾਂਡੇ ਸਾਜੇ, ਇੱਕ ਨੇ, ਇੱਕ ਪਰਮਾਤਮਾ ਨੇ ਇਹ ਸਾਰੇ ਭਾਂਡੇ ਬਣਾਏ ਨੇ। ਇਹ ਸਾਰੇ ਜੀਵ ਪਰਮਾਤਮਾ ਨੇ ਬਣਾਏ ਹੋਏ ਹਨ ਅਤੇ ਪਰਮਾਤਮਾ ਦੇ ਬਣਾਏ ਹੋਏ ਨੂੰ ਅਸੀਂ ਚੰਗੀ ਨਹੀਂ ਲੱਗਦੀ, ਕਹਿੰਦੇ ਵੀ ਚੰਗੇ ਬੰਦਾ ਜੀ। ਪਰਮਾਤਮਾ ਨੇ ਜੋ ਬਣਾਇਆ ਠੀਕ ਬਣਾਇਆ, ਕਿਉਂਕਿ ਪਰਮਾਤਮਾ ਨੇ ਬਣਾਏ ਨੇ। ਫਿਰ ਪਰਮਾਤਮਾ ਨੇ ਬਣਾਏ ਨੇ ਤਾਂ ਫਿਰ ਗਲਤ ਨਹੀਂ ਬਣਾ ਸਕਦਾ। ਇਸ ਲਈ ਇੱਕ ਨੇ ਭਾਂਡੇ ਸਾਜੇ, ਇੱਕ ਚਾਨਣ ਤਿਹੁ ਲੋਏ। ਇੱਕ ਪਰਮਾਤਮਾ ਨੇ ਹੀ ਸਾਰੇ ਜੀਵ ਪੈਦਾ ਕੀਤੇ ਨੇ। ਉਸ ਇੱਕ ਪਰਮਾਤਮਾ ਦਾ ਹੀ ਤਿੰਨਾਂ ਲੋਕਾਂ ਵਿੱਚ ਚਾਨਣ ਹੈ। ਉਹਦੀ ਜੋਤ ਹੀ ਤਿੰਨਾਂ ਲੋਕਾਂ ਵਿੱਚ ਕੰਮ ਕਰ ਰਹੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ। ਉਹਦੀ ਜੋਤ ਹੀ ਸਭ ਦੇ ਵਿੱਚ ਕੰਮ ਕਰਦੀ ਹੈ। ਕਰਮ ਮਿਲੈ ਸੱਚ ਪਾਈਏ, ਕਰਮ ਦੀ ਬਖਸ਼ਿਸ਼। ਸਾਡਾ ਕੰਮ ਹੈ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ। ਗੁਰੂ ਮਹਾਰਾਜ ਨੇ ਫਿਰ ਬਖਸ਼ਿਸ਼ ਕਰਨੀ। ਜਦੋਂ ਫਿਰ ਗੁਰੂ ਮਹਾਰਾਜ ਬਖਸ਼ਿਸ਼ ਸੱਚ ਪਾਈਏ, ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ। ਅਸੀਂ ਸਿਰਫ ਯਤਨ ਕਰਨਾ, ਦਾਅਵਾ ਨਹੀਂ ਕਰਨਾ। ਸਾਡੀ ਜੋ ਡਿਊਟੀ ਹੈ ਭਾਈ, ਉੱਠਦੇ ਬੈਠਦੇ ਤੁਰਦੇ ਫਿਰਦੇ ਭਜਨ ਬੰਦਗੀ ਕਰੋ। ਅਸੀਂ ਉਹ ਕਰਦੇ ਰਹਿਣਾ। ਜਦੋਂ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਏਗੀ, ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਸਾਡੇ ਕਾਲੇ ਪੈਣ ਨਾਲ ਗੱਲ ਨਹੀਂ ਬਣਨੀ। ਕਾਲੇ ਪੈਣ ਨਾਲ ਗੱਲ ਨਹੀਂ ਬਣਨੀ। ਸਾਨੂੰ ਤਾਂ ਸਾਰੀ ਉਮਰ ਲਈ ਭਜਨ ਬੰਦਗੀ ਕਰਨ ਨੂੰ ਕਿਹਾ, ਫਿਰ ਕਾਲੇ ਪੈਣ ਦਾ ਮਤਲਬ ਹੀ ਕੋਈ ਨਹੀਂ। ਜਬ ਲਗ ਜੋਬਨ ਸਾਸ ਹੈ, ਤਬ ਲਗ ਨਾਮ ਧਿਆਏ। ਜੋਬਨ ਤੇ ਦੋ ਅਰਥ ਹੁੰਦੇ, ਇੱਕ ਹੁੰਦੀ ਜਵਾਨੀ, ਦੂਜਾ ਹੁੰਦਾ ਜੀਵਨ। ਜਿੰਨਾ ਚਿਰ ਸਰੀਰ 'ਚ ਇੱਕ ਵੀ ਸਵਾਸ ਬਾਕੀ ਹੈ ਨਾ, ਉਦੋਂ ਤੱਕ ਨਾਮ ਜਪਦੇ ਰਹਿਣਾ ਬਸ। ਪ੍ਰਾਪਤੀ ਪਹਿਲੇ 10 ਮਿੰਟ 'ਚ ਵੀ ਹੋ ਸਕਦੀ ਹੈ ਅਤੇ ਪ੍ਰਾਪਤੀ ਅਖੀਰਲੇ ਸਕਿੰਟ 'ਚ ਵੀ ਹੋ ਸਕਦੀ ਹੈ। ਆਪ ਜੀ ਲਈ ਪਲੇਅਰ ਰਹੇ ਹੋਵੋਗੇ ਜਾਂ ਖੇਡ ਦੇਖੀ ਹੋਣੀ ਹੈ। ਮੰਨ ਲਓ 60 ਮਿੰਟ ਦੀ ਖੇਡ ਹੈ, ਕਈ ਵਾਰੀ 59 ਮਿੰਟ ਤੱਕ ਦੋਨੋਂ ਪਾਸੇ ਕੋਈ ਗੋਲ ਨਹੀਂ ਹੁੰਦਾ। ਮਿੰਟ ਰਹਿ ਕੇ ਸਿਰਫ ਇੱਕ। ਕਈ ਵਾਰੀ ਜਦੋਂ ਅਖੀਰਲਾ ਸੈਕਿੰਡ ਹੁੰਦਾ ਨਾ, ਉਦੋਂ ਗੋਲ ਹੋ ਜਾਂਦਾ ਅਤੇ ਰੈਫਰੀ ਲੰਬੀ ਵਿਸਲ ਮਾਰ ਦਿੰਦਾ ਹੈ ਵੀ ਟਾਈਮ ਸਮਾਪਤ ਹੋ ਗਿਆ। ਐਨ ਅਖੀਰ 'ਤੇ ਜਾ ਕੇ ਕਾਮਯਾਬੀ ਮਿਲ ਜਾਂਦੀ ਹੈ। ਹੁਣ ਜੇ ਟੀਮਾਂ ਵੀ ਕਹਿਣ ਵੀ ਹੈ 59 ਮਿੰਟਾਂ ਤੱਕ ਤਾਂ ਯਾਰ ਕੋਈ ਗੱਲ ਹੀ ਨਹੀਂ ਬਣੀ, ਛੱਡੋ ਪਰਾਂ ਹੈ, ਛੱਡੋ ਪਰ ਨਹੀਂ। ਉਹ ਤਾਂ ਫਿਰ ਉਸ ਜੱਟ ਵਾਲੀ ਗੱਲ ਹੋਵੇਗੀ। ਕੋਈ ਜੱਟ ਸੀ ਗਰੀਬ,
ਗੁਆਂਢ 'ਚ ਸਾਧ ਆ ਗਿਆ। ਘਰ ਵਾਲੀ ਕਹਿੰਦੀ ਵੀ ਤੁਸੀਂ ਕੋਈ ਸੇਵਾ ਕਰੋ, ਜਾ ਕੇ ਕੋਈ ਵਰ ਦੇ ਦੇਣਗੇ ਸਾਧੂ। ਕੋਈ ਸੇਵਾ ਕਰਨ ਲੱਗ ਪਿਆ। ਕੋਈ ਸਮੇਂ ਸਾਧੂ ਕਹਿੰਦੇ ਭਾਈ ਤੂੰ ਬਹੁਤ ਸੇਵਾ ਕਰਦਾ, ਮੰਗ ਕੀ ਮੰਗਦਾ? ਕਹਿ ਜੀ ਮੈਂ ਬਹੁਤ ਗਰੀਬ ਹਾਂ, ਕੋਈ ਧਨ ਪਦਾਰਥ ਚਾਹੀਦਾ। ਕਹਿ ਤੂੰ ਕੀ ਕੰਮ ਕਰਦਾ? ਮੈਂ ਜੀ ਕਹਿੰਦਾ ਖੇਤੀਬਾੜੀ ਕਰਦਾ। ਕਹਿੰਦੇ ਫਿਰ ਤੇਰੇ ਕੋਲ ਸੁਹਾਗਾ ਹੋਣਾ? ਕਹਿੰਦੀ ਹਾਂ ਜੀ ਹੈ। ਕਹਿੰਦੇ ਐਂ ਕਰੀ, ਸਵੇਰੇ ਸਵੇਰੇ ਨਾ ਨਹਾ ਧੋ ਕੇ ਆਪਣੀਆਂ ਰੋਟੀਆਂ ਜਿਹੜੀਆਂ ਨੇ ਨਾ ਨਾਲ ਖਾ ਜਣੀਆਂ, ਅਤੇ ਨਾਲ ਬੰਨ੍ਹ ਕੇ ਪਾਣੀ 'ਤੇ ਰੋਟੀ ਲੈ ਜਾਣੀ। ਨਾਲ ਖੇਤ ਜਾ ਕੇ ਸੂਰਜ ਵੱਲ ਸੁਹਾਗੇ ਨੂੰ ਸਿੱਧਾ ਖੜਿਆ ਕਰ ਲੈਣਾ। ਸੁਹਾਗੇ ਨੂੰ ਐਂ ਖੜਿਆ ਕਰ ਲੈਣਾ, ਸੂਰਜ ਵੱਲ ਵੇਖ। ਜਦੋਂ ਸੂਰਜ ਨਿਕਲ ਪਏ ਨਾ, ਉਦੋਂ ਕਹਿਣਾ ਸੋਨੇ ਦਾ ਹੋ ਜਾ, ਸੋਨੇ ਦਾ ਹੋ ਜਾ, ਸੋਨੇ ਦਾ ਹੋ ਜਾ, ਐਂ ਕਹੀ ਜਾਣਾ। ਦਿਨ ਛਿਪਣ ਤੱਕ ਇਸ ਤਰ੍ਹਾਂ ਕਹੀ ਜਾਣਾ, ਤੇਰਾ ਸੁਹਾਗਾ ਸੋਨੇ ਦਾ ਹੋ ਜਾਵੇਗਾ। ਬੜਾ ਖੁਸ਼ ਹੈ। ਕਿੱਥੇ ਨੀਂਦ ਆਉਂਦੀ ਰਾਤ ਨੂੰ? ਚਿਹਰਾ ਜੀ ਸਵੇਰੇ ਘਰ ਵਾਲੇ ਕਹਿੰਦਾ ਰੋਟੀ ਪਕਾ ਦੇ, ਪੱਲੇ ਬੰਨ੍ਹ ਦੇ, ਕਿਉਂਕਿ ਸੁਹਾਗਾ ਛੱਡ ਕੇ ਰੋਟੀ ਖਾਣ ਦਾ ਟਾਈਮ ਨਹੀਂ ਹੋਣਾ, ਉਹਨੂੰ ਇੱਕ ਹੱਥ ਪਾਈਓ ਹੀ ਰੱਖਣਾ। ਕਹਿ ਲਓ ਜੀ ਸੁਹਾਗਾ ਖੜ੍ਹਾ ਕਰ ਲਿਆ, ਉਡੀਕ ਰਿਹਾ। ਜਦੋਂ ਸੂਰਜ ਧਰਤੀ 'ਚੋਂ ਬਾਹਰ ਆਇਆ, ਲੱਗ ਗਿਆ ਕਹਿਣ ਸੋਨੇ ਦਾ ਹੋ ਜਾ, ਸੋਨੇ ਦਾ ਹੋ ਜਾ। ਕਹਿੰਦਾ ਰਿਹਾ, ਕਹਿੰਦਾ ਰਿਹਾ, ਕਹਿੰਦਾ ਰਿਹਾ। ਦਿਨ ਛਿਪਣ ਵਾਲਾ ਹੋ ਗਿਆ। ਕਹਿੰਦੇ ਨਾ ਸਾਧ ਨੇ ਮੇਰੇ ਨਾਲ ਮਖੌਲ ਕੀਤਾ। ਚਲੋ ਜੇ ਲੋਹੇ ਦਾ ਸੁਹਾਗਾ ਹੁੰਦਾ ਫਿਰ ਵੀ ਮੰਨ ਲੈਂਦੇ ਸ਼ਾਇਦ ਹੋ ਜੇ, ਇਹ ਤਾਂ ਲੱਕੜ ਦਾ ਹੈ, ਵੀ ਐਵੇਂ ਮੈਨੂੰ ਮੂਰਖ ਬਣਾਇਆ। ਉੱਧਰੋਂ ਬਿਲਕੁਲ ਸੂਰਜ ਛਿਪਣ ਵਾਲਾ ਸੀ, ਗੁੱਸਾ ਚੜਿਆ, ਧੱਕਾ ਮਾਰਿਆ ਸੁਹਾਗੇ ਨੂੰ, ਕਹਿੰਦਾ ਜਾ ਲੋਹੇ ਦਾ ਹੀ ਹੋ ਜਾ। ਅਤੇ ਬਸ ਜੋ ਹੀ ਸੁਹਾਗਾ ਡਿੱਗਿਆ ਉਹਦਾ ਦਿਨ ਛਿਪ ਗਿਆ, ਉਹ ਲੋਹੇ ਦਾ ਹੋ ਗਿਆ, ਲੋਹੇ ਦਾ ਹੋ ਗਿਆ। ਕਹਿੰਦਾ ਜੇ ਮੈਂ ਇੱਕ ਸੈਕਿੰਡ ਹੋਰ ਉਡੀਕ ਕਰ ਲੈਂਦਾ ਹੋ ਮਨੁੱਖ ਕਾਲਾ ਪੈ ਜਾਂਦਾ। ਲੋਹੇ ਦਾ ਤਾਂ ਹੋ ਗਿਆ ਕਿ ਉਹਨੇ ਮੰਗਿਆ ਤਾਂ ਸੋਨੇ ਦਾ, ਪਰ ਉਹ ਕਾਲਾ ਪੈ ਗਿਆ। ਇਸ ਲਈ ਕਾਲੇ ਨਹੀਂ ਪੈਣਾ। ਕਾਲੇ ਪੈ ਕੇ ਭਜਨ ਬੰਦਗੀ ਛੱਡ ਨਹੀਂ ਦੇਣੀ। ਵੀ ਇੰਨੇ ਸਾਲ ਹੋ ਗਏ ਗੱਲ ਤਾਂ ਜੇ ਕੋਈ ਬਣੀ ਨਹੀਂ, ਕੋਈ ਪਤਾ ਨਹੀਂ ਕਿਸ ਵੇਲੇ ਬਣ ਜਾਵੇ, ਇਹ ਕੋਈ ਪਤਾ ਨਹੀਂ। ਗੁਰੂ ਮਹਾਰਾਜ ਕਿਸ ਵੇਲੇ ਕਿਰਪਾ ਕਰ ਦੇਣੀ। ਸਾਡਾ ਕੰਮ ਹੈ ਆਪਣੀ ਸਮਰੱਥਾ ਅਨੁਸਾਰ ਲੱਗੇ ਰਹਿਣਾ। ਸਰੀਰ ਜ਼ਿਆਦਾ ਸਮਾਂ ਆਗਿਆ ਦਿੰਦਾ, ਭਾਈ ਜ਼ਿਆਦਾ ਸਮਾਂ ਭਜਨ ਬੰਦਗੀ ਕਰ ਲਓ। ਸਰੀਰ ਜਾਂ ਹਾਲਾਤ ਜਾਂ ਸਮਾਂ ਇੰਨੀ ਆਗਿਆ ਨਹੀਂ ਦਿੰਦਾ, ਜਿੰਨੀ ਆਗਿਆ ਮਿਲਦੀ ਉਨਾ ਸਮਾਂ ਕਰ ਲਓ। ਪਰਮਾਤਮਾ ਨੂੰ ਇਹ ਜ਼ਰੂਰ ਹੋਣਾ ਚਾਹੀਦਾ ਕਿ ਹਾਂ ਇਹ ਲੱਗਾ ਹੋਇਆ ਮੇਰਾ ਨਾਮ ਜਪਣ ਦਾ। ਇਹ ਜਿੰਨਾ ਵੀ ਇਹਦੇ ਕੋਲ ਟਾਈਮ ਹੈ, ਜਿੰਨੀ ਵੀ ਇਹਦੇ ਕੋਲ ਸ਼ਕਤੀ ਹੈ, ਸਮਰੱਥਾ ਹੈ, ਸੱਚੇ ਦਿਲੋਂ ਮੇਰੀ ਭਜਨ ਬੰਦੀ ਵੱਲ ਲੱਗਾ ਹੋਇਆ ਹੈ, ਫਿਰ ਉਹ ਕਿਸੇ ਦਿਨ ਉਸਨੇ ਕਿਰਪਾ ਕਰ ਦੇਣੀ ਹੈ। ਉਦਾਹਰਨਾਂ ਤਾਂ ਦਿੱਤੀਆਂ ਵੀ ਅਖੀਰਲੇ ਸਮੇਂ ਦੇ ਵਿੱਚ ਵੀ ਪ੍ਰਾਪਤੀ ਹੋ ਸਕਦੀ ਹੈ। ਇਸ ਲਈ ਲੱਗੇ ਰਹਿਣਾ, ਕਾਹਲੇ ਨਹੀਂ ਪੈਣਾ। ਕਰਮ ਮਿਲੈ ਸੱਚ ਪਾਈਏ। ਪਰਮਾਤਮਾ ਦੀ ਬਖਸ਼ਿਸ਼ ਜੇ ਹੋ ਜਾਏ ਨਾ, ਫਿਰ ਸੱਚ ਦੀ ਪ੍ਰਾਪਤੀ ਹੋ ਜਾਂਦੀ। ਤੁਰ ਬਖਸ਼ ਨਾ ਮੇਟੈ ਕੋਈ। ਜਿਹੜੇ ਤੁਰੋਂ ਫਿਰ ਪਰਮਾਤਮਾ ਬਖਸ਼ਿਸ਼ ਕਰਦਾ ਨਾ, ਉਹਨੂੰ ਕੋਈ ਮਿਟਾ ਨਹੀਂ ਸਕਦਾ। ਈਰਖਾ ਕਰਨ ਵਾਲੇ ਈਰਖਾ ਕਰੀ ਜਾਣਗੇ, ਨਿੰਦਣ ਵਾਲੇ ਨਿੰਦੀ ਜਾਣਗੇ, ਪਰ ਜਿਹੜੀ ਪਰਮਾਤਮਾ ਨੇ ਕਿਸੇ 'ਤੇ ਬਖਸ਼ਿਸ਼ ਕਰ ਦਿੱਤੀ, ਉਹਨੂੰ ਕੋਈ ਨਹੀਂ ਮਿਟਾ ਸਕਦਾ। ਤੇਰੀ ਬਖਸ਼ ਨਾ ਮੇਟੈ ਕੋਈ, ਉਹਦੀ ਬਖਸ਼ਿਸ਼ ਨਹੀਂ ਮਿਟਾਈ ਜਾ ਸਕਦੀ। ਸਾਧ ਮਿਲੈ ਸਾਧੂ ਜਨੇ, ਸੰਤੋਖ ਵਸੈ ਗੁਰ ਭਾਏ। ਅਕਥ ਕਥਾ ਵਿਚਾਰੀਐ, ਜੇ ਸਤਿਗੁਰ ਮਾਹੇ ਸਮਾਏ। ਪੀ ਅੰਮ੍ਰਿਤ ਸੰਤੋਖਿਆ, ਦਰਗਾਹ ਪੈਦਾ ਜਾਏ। ਇਹਨੂੰ ਦਰਗਾਹ ਪੜ੍ਹਨਾ, ਇਹ ਫਾਰਸੀ ਦਾ ਸ਼ਬਦ ਹੈ। ਇਹਨੂੰ ਦਰਗਾਹ ਨਹੀਂ ਪੜ੍ਹਨਾ। ਜੇ ਹਿੰਦੀ ਜਾਂ ਪੰਜਾਬੀ ਦਾ ਹੁੰਦਾ ਫਿਰ ਪੜ੍ਹਦਾ ਦਰਗਾਹ।
ਇਹ ਹੈਗਾ ਨਾਉ ਨੇ। ਨਾਮ ਦੇ ਨਾਲ ਨਾ ਹਾਹੇ ਨੂੰ ਸਿਆਰੀ ਵੈਸੇ ਹੀ ਨਹੀਂ ਬੋਲਿਆ ਕਰਦੀ। ਦਰਗਾਹ ਨਾਮ ਹੈ, ਨਾਉ ਨੇ, ਇਸ ਲਈ ਹਾਹੇ ਨੂੰ ਸਿਆਰੀ ਨਹੀਂ ਬੋਲੇਗੀ, ਕਿਉਂਕਿ ਇਹਦਾ ਹਾਹੇ ਨੂੰ ਸਿਆਰੀ ਅਰਥ ਦਿੰਦੀ ਹੈ ਦਰਗਾਹ ਵਿੱਚ, ਦਰਗਾਹ ਵੱਲ ਬੋਲਣ ਲਈ ਨਹੀਂ ਹੈ। ਬਾਕੀ ਰਹਿ ਦੱਦਾ ਗੱਗਾ ਹਾਹਾ, ਫਾਰਸੀ ਦਾ ਨਿਯਮ ਹੈ ਕਿ ਹਾਹੇ ਤੋਂ ਪਹਿਲਾ ਅੱਖਰ ਜੇ ਮੁਕਤ ਆਵੇ ਉਹਨੂੰ ਕੰਨਾਂ ਲਾ ਕੇ ਬੋਲਣਾ। ਦਰਗਾਹ ਬਣ ਗਿਆ, ਦਰਗਾਹ ਪੈਦਾ ਜਾਏ। ਸਾਧ ਮਿਲੈ ਸਾਧੂ ਜਨ, ਸਾਧੂ ਇੱਕ ਸਾਧੂ ਜਦੋਂ ਹੋਰ ਸਾਧੂਆਂ ਨੂੰ ਮਿਲਦਾ ਹੈ, ਸੰਤੋਖ ਵਸੈ ਗੁਰ ਪਾਏ, ਫਿਰ ਗੁਰੂ ਨੂੰ ਪਿਆਰ ਕਰਦਾ ਮਨੁੱਖ, ਉਹਦੇ ਅੰਦਰ ਸਬਰ ਸੰਤੋਖ ਪੈਦਾ ਹੋ ਜਾਂਦਾ ਹੈ। ਫਿਰ ਅਕਥ ਕਥਾ ਵਿਚਾਰੀ, ਅਕਥ ਦਾ ਪਰਮਾਤਮਾ, ਕਥਾ ਹੁੰਦੀ ਸਿਫਤ ਸਲਾਹ, ਫਿਰ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ। ਜੇ ਸਤਿਗੁਰ ਮਾਹੇ ਸਮਾਏ, ਅਤੇ ਫਿਰ ਉਹ ਗੁਰੂ ਦੇ ਵਿੱਚ, ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ, ਉਹਦੇ ਵਿੱਚ ਸਮਾ ਜਾਂਦਾ ਹੈ। ਕਿਤੇ ਸਤਿਗੁਰ ਸ਼ਬਦ ਗੁਰੂ ਲਈ ਦਿੱਤਾ ਹੈ, ਕਿਤੇ ਸਤਿਗੁਰ ਸ਼ਬਦ ਪਰਮਾਤਮਾ ਲਈ ਦਿੱਤਾ ਹੋਇਆ ਹੈ, ਕਿਉਂਕਿ ਅਸਲ ਤਾਂ ਗੁਰੂ ਪਰਮਾਤਮਾ ਸਭ ਦਾ, ਸਾਰਾ ਗਿਆਨ ਉਸੇ ਤੋਂ ਹੀ ਹਾਸਲ ਹੁੰਦਾ ਹੈ। ਪੀ ਅੰਮ੍ਰਿਤ ਸੰਤੋਖਿਆ, ਨਾਮ ਅੰਮ੍ਰਿਤ ਪੀ ਕੇ ਫਿਰ ਮਨੁੱਖ ਨੂੰ ਸਬਰ ਸੰਤੋਖ ਆ ਜਾਂਦਾ ਹੈ। ਜਦੋਂ ਸਬਰ ਸੰਤੋਖ ਆ ਗਿਆ ਅੰਦਰ, ਫਿਰ ਤ੍ਰਿਸ਼ਨਾ ਹੀ ਨਹੀਂ ਰਹਿੰਦੀ। ਤ੍ਰਿਸ਼ਨਾਵਾਂ ਸਾਡੇ ਅੰਦਰ ਇਸ ਲਈ ਰਹੇ ਕਿ ਸਾਡੇ ਅੰਦਰ ਸਬਰ ਸੰਤੋਖ ਨਹੀਂ ਹੈ। ਕਦੇ ਵੀ ਸਾਡੇ ਮੂੰਹੋਂ ਨਹੀਂ ਨਿਕਲਦਾ ਦਾਤ ਦੇ ਦਿੱਤਾ ਬਹੁਤ ਹੈ। ਜੇ ਸੱਚੇ ਦਿਲੋਂ ਮੂੰਹੋਂ ਨਿਕਲੇ ਦਾਤ ਦੇ ਦਿੱਤਾ ਬਹੁਤ ਹੈ, ਤਾਂ ਫਿਰ ਬਾਕੀ ਇੱਛਾ ਹੀ ਕੋਈ ਨਹੀਂ ਰਹੇਗੀ। ਜਦੋਂ ਇੱਛਾ ਹੀ ਕੋਈ ਨਹੀਂ ਰਹੇਗੀ ਤਾਂ ਇਹਦੇ ਬੰਦੇ ਅੰਦਰ ਸਬਰ ਸੰਤੋਖ ਹੈ। ਜਦੋਂ ਅੰਦਰ ਸਬਰ ਸੰਤੋਖ ਪੈਦਾ ਹੋ ਜਾਏ, ਦਰਗਾਹ ਪੈਦਾ ਆ ਜਾਏ। ਪੈਦਾ ਹੁੰਦਾ ਸਤਿਕਾਰ ਸਹਿਤ, ਸਰੋਪਾ ਲੈ ਕੇ ਸਤਿਕਾਰ ਸਹਿਤ ਉਹ ਫਿਰ ਪਰਮਾਤਮਾ ਦੀ ਦਰਗਾਹ ਵਿੱਚ ਜਾਂਦਾ ਹੈ। ਸੋ ਨਾਮ ਦਾਤ ਲੈਣੀ ਹੈ, ਅੰਦਰ ਉਹਦੇ ਨਾਲ ਸਬਰ ਸੰਤੋਖ ਪੈਦਾ ਹੋ ਜਾਏਗਾ। ਜਦੋਂ ਸਬਰ ਸੰਤੋਖ ਪੈਦਾ ਫਿਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਆਦਰ ਮਾਣ ਮਿਲਦਾ, ਦਰਗਾਹ ਚਲੇ ਜਾਂਦਾ ਬੰਦਾ। ਕਾਟ ਕਾਟ ਵਾਜੈ ਕਿੰਗਰੀ, ਅਣਦਿਨ ਸ਼ਬਦ ਸੁਭਾਏ। ਇੱਕ ਹੁੰਦਾ ਸੁਭਾਏ, ਇੱਕ ਹੁੰਦਾ ਸੁਭਾਏ। ਸਪੈਲਿੰਗ ਇਹੀ ਹੁੰਦੇ ਨੇ। ਜੇ ਸੁਭਾਏ ਤੋਂ ਪਹਿਲਾਂ ਸਹਿਜ ਸ਼ਬਦ ਆ ਜਾਏ, ਫਿਰ ਆਪਾਂ ਸਹਿਜ ਸੁਭਾਏ, ਵੀ ਸਹਿਜ ਸੁਭਾ, ਵੀ ਤੂੰ ਕੰਮ ਸਹਿਜ ਸੁਭਾ ਕਰ। ਜੇ ਸਹਿਜ ਪਹਿਲਾਂ ਸਹਿਜ ਨਹੀਂ ਹੈ ਤਾਂ ਸੁਭਾਏ ਹੁੰਦਾ ਸੋਹਣੀ ਭਾਵਨਾ ਨਾਲ, ਪਿਆਰ ਸਹਿਤ। ਵਿਰਲੇ ਕੋ ਸੋਝੀ ਪਈ, ਗੁਰਮੁਖ ਮਨ ਸਮਝਾਏ। ਨਾਨਕ ਨਾਮ ਨ ਵੀਸਰੈ, ਛੂਟੈ ਸ਼ਬਦ ਕਮਾਏ। ਘਟ ਘਟ ਵਾਜੈ ਕਿੰਗਰੀ। ਕਿੰਗਰੀ ਹੁੰਦੀ, ਕਿੰਗ ਹੁੰਦੇ ਵੀਣਾ ਜੀ ਨੂੰ ਕਹਿੰਦੇ ਨੇ। ਇਹ ਤੇ ਹੈ ਅਨਹਦ ਨਾਦ। ਹਰ ਇੱਕ ਸਰੀਰ ਦੇ ਵਿੱਚ ਅਨਹਦ ਨਾਦ ਵੱਜ ਰਿਹਾ ਹੈ। ਅਣਦਿਨ ਸ਼ਬਦ ਸੁਭਾਏ, ਦਿਨ ਰਾਤ ਫਿਰ ਪਿਆਰ ਸਹਿਤ ਨਾਮ ਜਪਦਾ ਰਹਿੰਦਾ ਬੰਦਾ। ਸੁਭਾਏ ਸੋਹਣੀ ਭਾਵਨਾ ਨਾਲ, ਕਿਉਂਕਿ ਨਾਮ ਰਾਹੀਂ ਫਿਰ ਉਹਦੇ ਅੰਦਰ ਚੰਗੀ ਭਾਵਨਾ ਪੈਦਾ ਹੋ ਜਾਂਦੀ। ਮੰਦੀ ਭਾਵਨਾ ਅੰਦਰੋਂ ਖਤਮ ਹੋ ਜਾਂਦੀ, ਚੰਗੀ ਭਾਵਨਾ ਪੈਦਾ ਹੋ ਜਾਂਦੀ। ਵਿਰਲੇ ਕੋ ਸੋਝੀ ਪਈ, ਗੁਰਮੁਖ ਮਨ ਸਮਝਾਏ। ਕੋਈ ਵਿਰਲਾ ਟਾਵਾਂ ਹੈ ਜਿਹੜਾ ਗੁਰੂ ਦੇ ਰਾਹੀਂ ਮਨ ਨੂੰ ਸਮਝਾਉਂਦਾ ਹੈ। ਜਦੋਂ ਗੁਰੂ ਰਾਹੀਂ ਮਨ ਸਮਝ ਜਾਂਦਾ ਫਿਰ ਉਹਨੂੰ ਸੋਝੀ ਆ ਜਾਂਦੀ ਹੈ। ਕਾਹਦੀ ਸੋਝੀ ਦੇ ਵੀ ਨਾਮ ਜਪਣਾ ਚਾਹੀਦਾ। ਇਹ ਸਭ ਤੋਂ ਵੱਡੀ ਸੋਝੀ ਹੈ। ਜਦੋਂ ਬੰਦੇ ਨੂੰ ਇਹ ਸੋਝੀ ਆ ਜਾਏ ਕਿ ਨਾਮ ਜਪਣਾ ਚਾਹੀਦਾ, ਮੈਨੂੰ ਮਨੁੱਖਾ ਜੀਵਨ ਨਾਮ ਜਪਣ ਲਈ ਮਿਲਿਆ ਹੋਇਆ ਹੈ।
ਆ ਜਿਹੜੀ ਆਪਾਂ ਕਿਰਤ ਕਰਦੇ ਹਾਂ ਇਹ ਤਾਂ ਇਸ ਲਈ ਕਰਦੇ ਹਾਂ ਕਿ ਸਾਨੂੰ ਸਰੀਰ ਲੱਗਾ ਅਤੇ ਸਰੀਰ ਨੂੰ ਪਦਾਰਥ ਚਾਹੀਦੇ ਨੇ, ਅਤੇ ਪਦਾਰਥ ਪੈਸੇ ਬਿਨਾਂ ਨਹੀਂ ਮਿਲਦਾ। ਕੰਮ ਤਾਂ ਆਪਾਂ ਇਸ ਲਈ ਕਰਦੇ ਕਿ ਉਹਦੇ ਬਦਲੇ ਆਪਾਂ ਨੂੰ ਮਾਇਆ ਮਿਲੇਗੀ, ਉਸ ਮਾਇਆ ਨਾਲ ਆਪਣਾ ਅਤੇ ਆਪਣੇ ਪਰਿਵਾਰ ਦਾ ਆਪਾਂ ਗੁਜ਼ਾਰਾ ਕਰਾਂਗੇ। ਕਿਰਤ ਤਾਂ ਇਸ ਲਈ ਕਰਨੀ। ਕਿਰਤ ਇੱਕ ਸਾਧਨ ਹੈ, ਬਸ ਉਦੇਸ਼ ਹੈ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੀ ਪ੍ਰਾਪਤੀ ਕਰਨਾ। ਕਿਉਂਕਿ ਗੁਰੂ ਮਹਾਰਾਜ ਨਹੀਂ ਸੀ ਚਾਹੁੰਦੇ ਮੇਰਾ ਜਿਹੜਾ ਸਿੱਖ ਮੰਗਤਾ ਹੋਵੇ, ਗਲੀਆਂ 'ਚ ਮੰਗਦਾ ਫਿਰੇ। ਨਹੀਂ, ਉਹ ਆਪਣੀ ਕਿਰਤ ਕਰੇ, ਆਪਣੇ ਆਪ 'ਤੇ ਨਿਰਭਰ ਹੋਵੇ, ਕਿਸੇ 'ਤੇ ਨਿਰਭਰ ਨਾ ਹੋਵੇ। ਉਹ ਬੰਦਾ ਹਮੇਸ਼ਾ ਚੜ੍ਹਦੀਆਂ ਕਲਾਂ 'ਚ ਰਹਿੰਦਾ ਹੈ ਜਿਹੜਾ ਆਪਣੇ ਆਪ 'ਤੇ ਨਿਰਭਰ ਹੈ। ਜਦੋਂ ਆਪਾਂ ਕਿਸੇ 'ਤੇ ਨਿਰਭਰ ਜਾਂਦੇ ਵੀ ਕੋਈ ਸਾਨੂੰ ਕੱਪੜੇ ਦੇਗਾ, ਕੋਈ ਸਾਨੂੰ ਰੋਟੀ ਦੇਗਾ, ਕੋਈ ਸਾਨੂੰ ਜੁੱਤੇ ਦੇਗਾ, ਫਿਰ ਆਪਾਂ ਤਾਂ ਉਹਨਾਂ 'ਤੇ ਨਿਰਭਰ ਹੋ ਗਏ। ਉਹ ਦੇਣ ਨਾ ਦੇਣ, ਵੇਲੇ ਸਿਰ ਦੇਣ, ਲੇਟ ਦੇਣ। ਜਿਵੇਂ ਜਿੰਨਾ ਚਿਰ ਤੁਹਾਡੇ ਨੈਣ ਪ੍ਰਾਣ ਚੱਲਦੇ ਹਨ ਤੁਸੀਂ ਕਿਸੇ 'ਤੇ ਨਿਰਭਰ ਨਹੀਂ। ਜਿੱਦੇ ਨੈਣ ਪ੍ਰਾਣ ਚੱਲਣੋਂ ਹਟ ਗਏ, ਆਪਾਂ ਮੰਜੇ 'ਤੇ ਪੈ ਗਏ, ਆਪਣੀ ਕਿਰਿਆ ਆਪ ਨਾ ਕਰ ਸਕੇ, ਉਹਦੇ ਅਸੀਂ ਕਿਸੇ 'ਤੇ ਨਿਰਭਰ ਹੋ ਗਏ। ਉਹਦੇ ਸਾਨੂੰ ਜਾ ਕੇ ਪਤਾ ਲੱਗੇਗਾ ਕਿ ਓਹੋ, ਕਿਸੇ 'ਤੇ ਨਿਰਭਰ ਹੋਣਾ ਵੀ ਨਰਕ ਭੋਗਣਾ ਹੈ। ਉਦੋਂ ਫਿਰ ਜੀਵਨ ਨਰਕ ਸ਼ੁਰੂ ਹੋ ਜਾਂਦਾ ਹੈ। ਮੰਨ ਲਓ ਮੈਂ ਆਪਣੀ ਕੋਈ ਕਿਰਿਆ ਹੀ ਨਹੀਂ ਕਰ ਸਕਦਾ, ਉੱਠ ਕੇ ਮੈਂ ਬਾਥਰੂਮ ਤੱਕ ਨਹੀਂ ਜਾ ਸਕਦਾ, ਕਿਚਨ ਤੱਕ ਨਹੀਂ ਜਾ ਸਕਦਾ, ਉੱਠ ਕੇ ਮੈਂ ਕੋਈ ਪਾਣੀ ਨਹੀਂ ਪੀ ਸਕਦਾ, ਤਾਂ ਇਹਦਾ ਮਤਲਬ ਹੈ ਮੈਂ ਪਾਣੀ ਮੰਗਦਾ, ਦੇਣ ਵਾਲੇ ਦੀ ਮਰਜ਼ੀ ਹੈ ਤੁਰੰਤ ਲਿਆ ਦੇ, ਲੇਟ ਲਿਆ ਕੇ ਦੇਵੇ, ਨਾ ਲਿਆ ਕੇ ਦੇਵੇ। ਕਿਉਂਕਿ ਪਿਆ ਜਦੋਂ ਬੇਵੱਸ ਹੈ ਬੰਦਾ, ਉਹਦਾ ਫਿਰ ਕੋਈ ਜ਼ੋਰ ਤਾਂ ਚੱਲਦਾ ਨਹੀਂ ਹੈ। ਇਸ ਲਈ ਜਿੰਨਾ ਚਿਰ ਨੈਣ ਪ੍ਰਾਣ ਚੱਲਦੇ ਨਾ, ਇਹਨਾਂ ਤੋਂ ਕੰਮ ਲੈ ਲਓ। ਜਦੋਂ ਫਿਰ ਆਪਾਂ ਕਿਸੇ ਦੇ ਨਿਰਭਰ ਹੋ ਗਏ ਫਿਰ ਬਹੁਤ ਔਖਾ ਹੁੰਦਾ ਹੈ। ਇਸ ਲਈ ਗੁਰੂ ਮਹਾਰਾਜ ਨੇ ਕਿਹਾ ਕਿ ਸਿੱਖ ਮੇਰਾ ਆਤਮ ਨਿਰਭਰ ਹੋਵੇ, ਉਹ ਜਿਹੜਾ ਹੈ ਕਿਸੇ ਲੋਕਾਂ 'ਤੇ ਨਿਰਭਰ ਨਾ ਹੋਵੇ, ਆਪਣਾ ਕਮਾ ਕੇ ਖਾਵੇ, ਉਹਦੇ ਵਿੱਚੋਂ ਵੀ ਕੁਝ ਬਚਾਵੇ। ਸਾਰਾ ਨਹੀਂ ਕਦੇ ਜ਼ਿੰਦਗੀ ਖਰਚ ਕਰੀਦਾ ਹੁੰਦਾ। ਇਹ ਨਹੀਂ ਕਿ ਜੋ ਰੋਜ਼ ਦਾ ਕਮਾਇਆ ਉਹਨੂੰ ਖਰਚ ਕਰ ਦਿਓ ਸਾਰੇ ਨੂੰ, ਨਹੀਂ। ਉਸ ਦੇ ਵਿੱਚ ਜ਼ਰੂਰ ਕੁਝ ਜੋੜ ਕੇ ਰੱਖਣਾ ਚਾਹੀਦਾ। ਕੱਲ੍ਹ ਨੂੰ ਆਪਾਂ ਬਿਮਾਰ ਵੀ ਹੋ ਸਕਦੇ ਹਾਂ, ਕੋਈ ਸੱਟ ਫੇਟ ਵੀ ਵੱਜ ਸਕਦੀ ਹੈ, ਕੁਝ ਹੋਰ ਲੋੜ ਪੈ ਸਕਦੀ ਹੈ, ਧੀਆਂ ਪੁੱਤ ਕੋਈ ਵਿਆਹੁਣਾ ਹੈ, ਪੈਸੇ ਦੀ ਲੋੜ ਪੈ ਸਕਦੀ ਹੈ, ਔਰ ਪੈਂਦੀ ਰਹਿੰਦੀ। ਆਪ ਸਾਰਿਆਂ ਨੂੰ ਬਾਜੀ ਨੂੰ ਪਤਾ ਹੈ। ਜੇ ਆਪਾਂ ਸਾਰੇ ਹੀ ਵਰਤ ਦਈਏ, ਹੁਣ ਇੱਕ ਤਾਂ ਸਾਰੇ ਹੀ ਵਰਤਦੇ ਨਾਲ ਕਰਜ਼ਾ ਵੀ ਲੈ ਲਿਆ, ਅਤੇ ਹੁਣ ਉਹ ਕਰਜ਼ਾ ਕਿਉਂ ਉਤਰੇਗਾ ਬਈ? ਹੈ ਸੋਚਣ ਵਾਲੀ ਗੱਲ ਤਾਂ ਆ ਨਾ। ਜਿੰਨੀ ਕਮਾਈ ਹੋਈ ਸਾਰੀ ਹੀ ਵਰਤਤੀ, ਹੁਣ ਘਰ ਦੇ ਲੋੜਾਂ ਵਿੱਚ ਲਾਉਣੀਆਂ ਨੇ, ਉਹ ਤਾਂ ਖਿਆਲ ਨਾ ਕੀਤਾ, ਠੀਕ ਹੈ, ਉਡਾਤੇ, ਮਗਰੋਂ ਫਿਰ ਕਰਜ਼ਾ ਲੈ, ਉਹ ਹੁਣ ਕਿਉਂ ਉਤਰੇਗਾ ਬਈ? ਉਹ ਉਤਰਦਾ ਹੀ ਨਹੀਂ ਹੈਗਾ, ਉਹ ਉਤਰਦਾ ਹੀ ਨਹੀਂ। ਕਿਉਂਕਿ ਅੱਜ ਕੱਲ੍ਹ ਕਰਜ਼ਾ ਆਸਾਨੀ ਨਾਲ ਮਿਲ ਜਾਂਦਾ, ਕਾਸੇ 'ਤੇ ਲੈ ਲਓ। ਜਦੋਂ ਕੋਈ ਚੀਜ਼ ਆਸਾਨੀ ਨਾਲ ਮਿਲੇ ਨਾ, ਉਹ ਬੰਦਾ ਚੀਜ਼ ਜ਼ਿਆਦਾ ਲੈ ਲੈਂਦਾ ਲੋੜ ਤੋਂ ਵੱਧ। ਤੁਸੀਂ ਨਗਦ ਸੌਦਾ ਲਵੋ, ਥੋੜ੍ਹਾ ਲਵੋਗੇ, ਉਧਾਰ ਲਓਗੇ, ਜ਼ਿਆਦਾ ਸੌਦਾ ਲਏਗਾ, ਤੁਹਾਡਾ ਫਜ਼ੂਲ ਖਰਚਾ ਹੋਣਾ ਸ਼ੁਰੂ ਹੋ ਜਾਏਗਾ ਤੁਹਾਡਾ। ਕਿਉਂ ਗਏ ਲੈ ਆਂਦਾ, ਗਏ ਲੈ ਆਂਦਾ, ਉਹ ਜੋ ਪੈਸੇ ਮੋੜਨੇ ਪੈਂਦੇ ਨੇ ਫਿਰ ਉਦੋਂ ਔਖਾ ਹੁੰਦਾ। ਇਸ ਲਈ ਜਿਹੜੇ ਸਿਆਣੇ ਲੋਕ ਨੇ, ਜਿੰਨੀ ਉਹਨਾਂ ਨੂੰ ਆਮਦਨ ਹੈ ਉਨੀ ਕਦੇ ਵੀ ਸਾਰੀ ਖਰਚ ਨਹੀਂ ਕਰਦੇ। ਹਾਲਾਤ ਪਤਾ ਨਹੀਂ ਕਿਹੋ ਜਿਹੇ ਆ ਜਾਣੇ ਹਨ। ਹੁਣ ਮੰਨ ਲਓ ਮੇਰੀ ਫਸਲ ਵਧੀਆ ਹੋ ਗਈ, ਅਗਲੀ ਫਸਲ ਦੀ ਕੋਈ ਗਰੰਟੀ ਨਹੀਂ ਕਿ ਵਧੀਆ ਹੋਵੇ, ਉਹਨੂੰ ਕੀੜਾ ਵੀ ਲੱਗ ਸਕਦਾ ਹੈ, ਗੜੇ ਵੀ ਪੈ ਸਕਦੇ ਨੇ। ਕਈ ਵਾਰੀ ਅਖਬਾਰ 'ਚ ਆਉਂਦਾ ਖੜ੍ਹੀ ਹੋਈ ਕਣਕ ਨੂੰ ਅੱਗ ਲੱਗ ਗਈ, ਕਿੱਲਿਆਂ ਦੇ ਕਿੱਲੇ ਸੜ ਜਾਂਦੀ ਹੈ, ਅਤੇ ਪੈਸਾ ਕੋਲ ਬਚਾ ਕੇ ਕੋਈ ਨਹੀਂ ਰੱਖਿਆ, ਤਾਂ ਫਿਰ ਕੀ ਹਾਲ ਹੋਏਗਾ? ਬੰਦਾ ਫਿਰ ਦੂਜੇ 'ਤੇ ਨਿਰਭਰ ਹੋ ਜਾਂਦਾ,
ਅਤੇ ਜਿਹੜੀ ਨਿਰਭਰਤਾ ਹੈ ਕਿਸੇ 'ਤੇ ਉਹ ਇੱਕ ਗੁਲਾਮੀ ਹੋ ਜਾਂਦੀ, ਭਾਵੇਂ ਸਰਕਾਰ 'ਤੇ ਨਿਰਭਰਤਾ ਚਾਹੇ ਆਮ ਲੋਕਾਂ 'ਤੇ ਹੈ। ਇਸ ਲਈ ਗੁਰੂ ਮਹਾਰਾਜ ਨੇ ਸਮਝਾਇਆ ਸੀ ਸਿੱਖ ਨੂੰ ਕਿ ਭਾਈ ਤੂੰ 10 9 ਦੀ ਕਿਰਤ ਕਰ, ਪੈਸਾ ਉਜਾੜੀ ਦਾ ਨਹੀਂ ਹੁੰਦਾ। ਐਵੇਂ ਨਹੀਂ ਤੁਹਾਡੇ ਕੋਲ ਪੈਸਾ, ਮੈਂ ਦੇਖਿਆ ਜਿਨ੍ਹਾਂ ਕੋਲ ਮਾਇਆ ਹੁੰਦੀ ਹੈ ਚੜ੍ਹਦੀ ਕਲਾ 'ਚ ਰਹਿੰਦੇ ਨੇ, ਉਹ ਪੈਸਾ ਤੁਹਾਨੂੰ ਚੜ੍ਹਦੀਆਂ ਕਲਾ 'ਚ ਰੱਖੇਗਾ। ਪੈਸੇ ਕੋਲ ਕੋਈ ਨਹੀਂ, ਚਿੰਤਾ ਲੱਗੀ ਰਹੇਗੀ, ਚਿੰਤਾ ਲੱਗੀ ਰਹੇਗੀ। ਬੈਂਕ ਬੈਲੈਂਸ ਜ਼ਰੂਰ ਹਰ ਇੱਕ ਇਨਸਾਨ ਦਾ ਹੋਣਾ ਚਾਹੀਦਾ, ਚਾਹੇ ਗਰੀਬ ਤੋਂ ਗਰੀਬ ਹੈ, ਚਾਹੇ ਉਹਨੂੰ 200 ਰੁਪਏ ਦਿਹਾੜੀ ਮਿਲਦੀ ਤਾਂ ਵੀ ਉਸਨੂੰ 10 ਜਾਂ 20 ਰੁਪਏ ਉਹਦੇ ਵਿੱਚ ਬਚਾਉਣੇ ਚਾਹੀਦੇ ਨੇ, ਚਾਹੇ ਲੂਣ ਮਿਰਚਾਂ ਨਾਲ ਰੋਟੀ ਖਾ ਲਓ। ਔਖੇ ਸਮੇਂ ਲਈ ਕੋਲ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਨਾਮ ਧਨ ਦੀ ਉਦਾਹਰਨ ਹੈ ਵੀ ਆਪਾਂ ਥੋੜ੍ਹਾ ਥੋੜ੍ਹਾ ਨਾਮ ਜਪੀ ਗਏ, ਇਕੱਠਾ ਹੋਈ ਗਿਆ, ਕਾਫੀ ਸਾਲਾਂ ਬਾਅਦ ਸਾਡੇ ਕੋਲ ਵਾਹ ਧਨ ਹੋ ਗਿਆ ਹੈ। ਜਿਵੇਂ ਸੰਸਾਰਕ ਧਨ ਨਾਲ ਜੋ ਮਰਜ਼ੀ ਖਰੀਦ ਲਓ, ਇਸ ਦੇ ਅੰਦਰ ਨਾਮ ਧਨ ਕੋਲ ਹੁੰਦਾ, ਜਿਹੜਾ ਮਰਜ਼ੀ ਕੰਮ ਕਰਾ ਲਓ ਨਾਮ ਧਨ ਤੋਂ, ਜੋ ਮਰਜ਼ੀ ਕੰਮ ਕਰਾ ਲਓ। ਜਿੱਥੇ ਅਸੀਂ ਸੰਸਾਰਕ ਮਾਇਆ ਵੀ ਥੋੜ੍ਹੀ ਕਰਦੇ ਜਾਣਾ, ਉੱਥੇ ਨਾਮ ਧਨ ਵੀ ਇਕੱਠਾ ਕਰਦੇ ਜਾਣਾ ਸੀ। ਸਿੱਖ ਕੋਲ ਦੋਨੋਂ ਹੀ ਧਨ ਹੁੰਦੇ ਨੇ, ਦੋਨੋਂ ਧਨ ਹੁੰਦੇ ਨੇ, ਔਰ ਦੋਨੋਂ ਧਨ ਹੋਣੇ ਚਾਹੀਦੇ ਹਨ। ਸੰਸਾਰਕ ਧਨ ਵੀ ਹੋਣਾ ਚਾਹੀਦਾ ਹੈ, ਕਿਉਂਕਿ ਪੈਸੇ ਤੋਂ ਬਿਨਾਂ ਤਾਂ ਕੋਈ ਚੀਜ਼ ਬਾਜ਼ਾਰ 'ਚ ਆਉਂਦੀ ਹੀ ਨਹੀਂ ਹੈਗੀ। ਕੋਈ ਸਮਾਂ ਸੀ ਪਾਣੀ ਮੁਫਤ ਮਿਲਦਾ ਸੀ, ਹਵਾ ਮੁਫਤ ਮਿਲਦੀ ਸੀ। ਹੁਣ ਤਾਂ ਆਪਾਂ ਨੂੰ ਪਾਣੀ ਮੁੱਲ ਮਿਲਦਾ ਕਰੇ, ਆਉਂਦੇ ਨਾ ਬਿੱਲ, ਨਗਰ ਪਾਲਿਕਾ ਵਾਲੇ ਬਿੱਲ ਭੇਜਦੇ, ਦਿਓ ਜੀ ਨਾ ਪਾਣੀ ਦਾ ਬਿੱਲ। ਹੁਣ ਤਾਂ ਪਾਣੀ ਵੀ ਮੁੱਲ ਮਿਲਦਾ ਹੈ। ਇਸ ਲਈ ਸਿੱਖ ਨੇ ਸੰਸਾਰਕ ਧਨ ਵੀ ਜ਼ਰੂਰ ਇਕੱਠਾ ਕਰਨਾ, ਪਰ ਸਿਰਫ ਇੰਨੇ ਗੁਰਬਾਣੀ ਕਹਿੰਦੀ ਗਲਤ ਤਰੀਕੇ ਨਾਲ ਨਹੀਂ ਕਰਨਾ। ਸਹੀ ਤਰੀਕੇ ਨਾਲ ਧਨ ਇਕੱਠਾ ਕਰੋ, ਚਾਹੇ ਕਰੋੜਪਤੀ ਹੋ ਜਾਓ, ਉਹ 'ਚ ਕੋਈ ਮਾੜੀ ਗੱਲ ਨਹੀਂ ਹੈਗੀ। ਗਲਤ ਤਰੀਕੇ ਨਾਲ ਤੁਸੀਂ ਅਮੀਰ ਹੋਵੋਗੇ, ਲੋਕ ਗੱਲਾਂ ਕਰਨਗੇ, ਆਹੋ ਲੁੱਟ ਕੇ ਹੋਇਆ, ਰਿਸ਼ਵਤਾਂ ਲੈ ਕੇ ਹੋਇਆ, ਮਿਲਾਵਟਾਂ ਕਰ ਕਰਕੇ ਹੋਇਆ, ਲੋਕਾਂ ਨਾਲ ਠੱਗੀਆਂ ਕਰ ਕਰਕੇ ਹੋਇਆ, ਫਿਰ ਪਤਾ ਨਹੀਂ ਕੀ ਕੁਛ ਕਹਿੰਦੇ ਨੇ, ਇਹ ਪਤਾ ਨਹੀਂ ਕੀ ਕੁਛ ਕਹਿੰਦੇ ਲੋਕਾਂ ਨੂੰ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਵਿਰਲੇ ਕੋ ਸੋਝੀ ਪਈ ਗੁਰਮੁਖ ਮਨ ਸਮਝਾਏ। ਗੁਰੂ ਦੇ ਰਾਹੀਂ ਕੋਈ ਵਿਰਲਾ ਟਾਵਾਂ ਹੈ ਜਿਹੜਾ ਆਪਣੇ ਮਨ ਨੂੰ ਸਮਝਾਉਂਦਾ ਹੈ, ਜਿਹਨੂੰ ਸੋਝੀ ਹੁੰਦੀ ਹੈ, ਫਿਰ ਆਪਣੇ ਮਨ ਨੂੰ ਸਮਝਾਉਂਦਾ। ਮਨ ਦਾ ਕੀ ਹੈ? ਇਹ ਤਾਂ ਬੜਾ ਕੁਛ ਕਹਿੰਦਾ, ਇਹ ਤਾਂ ਬੜਾ ਕੁਛ ਕਹਿੰਦਾ। ਸਾਨੂੰ ਪਰਮਾਤਮਾ ਨਾਲ ਦਿਮਾਗ ਵੀ ਦਿੱਤਾ ਹੋਇਆ ਹੈ। ਬਈ ਮਨ ਜੇ ਤੁਹਾਨੂੰ ਕੋਈ ਮਾੜਾ ਕਰਮ ਕਰਨ ਨੂੰ ਕਹੇ ਤਾਂ ਦਿਮਾਗ ਉਸ ਨੂੰ ਰੋਕੇ, ਦਿਮਾਗ ਉਸ ਰੋਕੇ। ਭਾਈ ਨਹੀਂ, ਜੇ ਕੀਤਾ ਬਦਨਾਮੀ ਹੋਏਗੀ, ਮੁਕੱਦਮਾ ਚੱਲੇਗਾ, ਜਿਹੜਾ ਹੈ ਕੁੱਟਮਾਰ ਵੀ ਪੈ ਸਕਦੀ ਹੈ, ਖਾਨਦਾਨ ਦੀ ਬਦਨਾਮੀ ਹੋਏਗੀ, ਪਰਿਵਾਰ ਦੀ ਬਦਨਾਮੀ ਹੋਏਗੀ। ਹੈ ਮੈਂ ਸਮਾਜ ਮੂੰਹ ਦਿਖਾਉਣ ਜੋਗਾ ਨਹੀਂ ਰਹਾਂਗਾ, ਇਹ ਦਿਮਾਗ ਗੱਲਾਂ ਕਰ ਰਹੇ। ਮਨ ਕਹਿੰਦਾ ਉਹ ਚੱਕਦੇ ਫਟੇ ਕੋਰੇ ਪਰ ਦੇਖੀ ਜੋ ਹੋਊ, ਦੇਖੀ ਜੋ ਹੋਊ, ਉਹ ਤਾਂ ਫਿਰ ਹੋ ਹੀ ਜਾਣੀ ਹੈ। ਮਨ ਇਹੀ ਕਹਿੰਦਾ ਹੁੰਦਾ। ਮਨ ਨੇ ਕਦੇ ਵੀ ਸਾਨੂੰ ਸਹੀ ਸਲਾਹ ਨਹੀਂ ਦੇਣੀ। ਮਨ ਨੂੰ ਐਂ ਸਮਝਣਾ ਵੀ ਇਹ ਤਾਂ ਮਾੜਾ ਬੰਦਾ, ਭੈੜਾ ਬੰਦਾ ਕਦੇ ਵੀ ਸਾਨੂੰ ਚੰਗੀ ਸਲਾਹ ਨਹੀਂ ਦੇਵੇਗਾ। ਜੋ ਚੰਗੀ ਸਲਾਹ ਦੇ ਫਿਰ ਭੈੜਾ ਹੀ ਕਦਾ ਹੋਇਆ, ਫਿਰ ਤਾਂ ਚੰਗਾ ਬੰਦਾ ਹੋਇਆ ਨਾ, ਉਹ ਤਾਂ ਫਿਰ ਚੰਗਾ ਹੋਇਆ। ਚੰਗਾ ਬੰਦਾ ਤੁਹਾਨੂੰ ਕਹੇਗਾ ਭਾਈ ਨਸ਼ੇ ਨਹੀਂ ਕਰਨੇ ਚਾਹੀਦੇ, ਜਿਹੜਾ ਹੈ ਹੀ ਭੈੜਾ ਉਹ ਖਾਓ ਪੀਓ ਐਸ਼ ਕਰੋ ਯਾਰ, ਆਹ ਜੱਗ ਮਿੱਠਾ ਅਗਲਾ ਕਿੰਨੇ ਡਿੱਠਾ, ਉਹ ਐਂ ਕਹੀ ਜਾਊਗਾ। ਅਤੇ ਇਹ ਮਨ ਬੜਾ ਖੋਟਾ ਹੈ, ਇਹ ਭੈੜੀ ਗੱਲ ਨੂੰ ਛੇਤੀ ਸਵੀਕਾਰ ਕਰਦਾ। ਚੰਗੀ ਗੱਲ ਦੱਸਦਾ ਬੜੀ ਦੇਰ ਬਾਅਦ ਮਨ 'ਤੇ ਅਸਰ ਹੁੰਦਾ ਹੈ। ਕੋਈ ਬੰਦਾ ਪਹਿਲਾਂ ਹੀ ਚੰਗਾ ਹੈ, ਉਹ ਜੇ ਇੱਕ ਦਿਨ ਵੀ ਸਤ ਸੰਗਤ ਕਰੇਗਾ ਨਾ, ਉਹਨੂੰ ਹੋਏਗਾ ਯਾਰ ਆਪਾਂ ਵੀ ਨਾਮ ਜਪਿਆ ਕਰੋ, ਆਪਾਂ ਵੀ ਬਾਣੀ ਪੜ੍ਹਿਆ ਕਰੋ। ਜੇ ਹੈ ਹੀ ਖੋਟਾ, ਉਹ ਪਹਿਲਾਂ ਤਾਂ ਗੱਲ ਹੀ ਨਹੀਂ ਧਿਆਨ ਨਾਲ ਸੁਣਦਾ, ਅਤੇ ਸੁਣਦਾ ਅਤੇ ਅਣਸੁਣੀ ਕਰ ਦਿੰਦਾ। ਸੋ ਇਸ ਲਈ ਗੁਰੂ ਮਹਾਰਾਜ ਸਮਝਾਉਂਦੇ ਨੇ ਸਾਨੂੰ, ਵਿਰਲੇ ਕੋ ਸੋਝੀ ਪਈ ਗੁਰਖ ਮਨ ਸਮਝਾਏ।
ਕੋਈ ਵਿਰਲਾ ਟਾਵੇਂ ਜਿਹਨੇ ਗੁਰੂ ਦੇ ਰਾਹੀਂ ਮਨ ਨੂੰ ਸਮਝਾ ਕੇ ਸੋਝੀ ਪ੍ਰਾਪਤ ਕੀਤੀ। ਨਾਨਕ ਨਾਮ ਨਾ ਵਿਸਰੈ, ਫਿਰ ਜਿਹਨੂੰ ਆ ਗਈ ਸੋਝੀ ਉਹਨੂੰ ਕਦੇ ਨਾਮ ਨਹੀਂ ਭੁੱਲਦਾ। ਛੂਟੈ ਸ਼ਬਦ ਕਮਾਏ, ਉਹ ਸ਼ਬਦ ਦੀ ਕਮਾਈ ਕਰਦਾ ਹੈ, ਭਾਵ ਵਾਹਿਗੁਰੂ 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 ਕਰਦਾ, ਇਹਨੂੰ ਕਹਿੰਦੇ ਸ਼ਬਦ ਦੀ ਕਮਾਈ ਕਰਨਾ। ਉਹ ਸ਼ਬਦ ਦੀ ਕਰਦਾ ਕਮਾਈ ਅਤੇ ਫਿਰ ਆਵਾਗਮਨ ਦੇ ਚੱਕਰ ਤੋਂ ਉਹ ਛੁੱਟ ਜਾਂਦਾ ਹੈ। ਛੂਟੈ, ਉਹਦਾ ਆਵਾਗਮਨ ਦੇ ਚੱਕਰ ਤੋਂ ਛੁਟਕਾਰਾ ਜਾਂਦਾ ਹੈ, ਉਹ ਸੱਚਖੰਡ ਨੂੰ ਚਲਿਆ ਜਾਂਦਾ ਹੈ। ਸ਼੍ਰੀ ਰਾਗ ਮਹਿਲਾ ਪਹਿਲਾ। ਰਾਗ ਦਾ ਨਾਮ ਹੈ ਸ਼੍ਰੀ ਰਾਗ। ਮਹਿਲਾ ਪਹਿਲਾ ਦਾ ਮਤਲਬ ਹੈ ਗੁਰੂ, ਪਹਿਲੇ ਗੁਰੂ ਦੀ ਬਾਣੀ ਹੈ। ਮਹਿਲਾ ਮਨੇ ਪਹਿਲਾ ਗੁਰੂ, ਅਤੇ ਇੱਕ ਦਾ ਮਤਲਬ ਪਹਿਲਾ, ਪਹਿਲਾ ਗੁਰੂ ਭਾਵ ਗੁਰੂ ਨਾਨਕ ਦੇਵ ਜੀ। ਚਿੱਤੇ ਦਿਸੈ ਧੌਲ ਹਰ, ਬੱਗੇ ਬੰਕ ਦੁਆਰ, ਕਰ ਮਨ ਖੁਸ਼ੀ ਉਸਾਰਿਆ, ਦੂਜੇ ਹੇਤ ਪਿਆਰ, ਅੰਦਰ ਖਾਲੀ ਪ੍ਰੇਮ ਬਿਨ, ਢਹਿ ਢੇਰੀ ਤਨ ਛਰ। ਚਿੱਤੇ, ਚਿੱਤਮ ਚਿਤਰੇ, ਪੇਂਟ ਕੀਤੇ ਹੋਏ, ਰੰਗ ਸੁਰੰਗੇ। ਆਮ ਹੈ ਰੰਗ ਬਰੰਗੇ ਬੋਲਣ ਦਾ। ਆਮ ਸ਼ਬਦ ਕੀ ਹੈ? ਰੰਗ ਬਰੰਗਾ। ਪਰ ਬੇਰੰਗਾ ਤਾਂ ਹੁੰਦਾ ਹੀ ਨਹੀਂ, ਕੋਈ ਨਾ ਕੋਈ ਰੰਗ ਤਾਂ ਹੁੰਦਾ। ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਤਾਂ ਰੰਗ ਹੁੰਦਾ। ਅਤੇ ਫਾਰਸੀ ਦਾ ਸ਼ਬਦ ਹੈ ਬਿਨਾਂ। ਜੇ ਆਪਾਂ ਕਹੇ ਰੰਗ ਬਰੰਗੇ, ਅਤੇ ਰੰਗ ਵਾਲੇ ਅਤੇ ਬਿਨਾਂ ਰੰਗ ਦੇ ਚੱਲ ਪਿਆ ਸ਼ਬਦ। ਪਰ ਜੇ ਆਪਾਂ ਵਿਚਾਰ ਕਰੀਏ ਗਲਤ ਹੈ। ਰੰਗ ਸੁਰੰਗੇ ਚਾਹੀਦਾ, ਚੰਗੇ ਰੰਗਾਂ ਵਾਲੇ ਰੰਗ ਸੁਰੰਗੇ। ਆਪਾਂ ਆਮ ਬੋਲਦੇ ਰੰਗ ਬਰੰਗੇ ਜੀ, ਉਹਨੇ ਰੰਗ ਬਰੰਗੇ ਕੱਪੜੇ ਪਾਏ ਸਨ। ਕਈਆਂ ਨੇ ਆਪਣੇ ਘਰਾਂ 'ਤੇ ਬਹੁਤ ਵਧੀਆ ਚਿੱਤਰਕਾਰੀ ਕੀਤੀ ਹੁੰਦੀ ਹੈ। ਚਿੱਤਰੇ ਹੋਏ ਧੌਲ ਹੁੰਦੇ, ਮਹਿਲ ਮਾੜੀਆਂ, ਧੌਲ ਹਰ ਵੱਡੇ ਵੱਡੇ ਘਰ ਜਿਹਨੂੰ ਅੱਜ ਕੱਲ੍ਹ ਕੋਠੀਆਂ ਕਹਿੰਦੇ ਨੇ। ਪਹਿਲਾਂ ਕੋਠੀ ਸ਼ਬਦ ਨਹੀਂ ਸੀ ਹੁੰਦਾ। ਪੁਰਾਣੇ ਜ਼ਮਾਨੇ ਬਹੁਤ ਅਮੀਰ ਲੋਕ ਸਨ, 2-2 3-3 ਮੰਜ਼ਿਲਾ ਘਰ ਪਾਉਂਦੇ ਸਨ। ਕਹਿੰਦੇ ਇਹਦੀ ਅਟਾਰੀ ਹੈ ਜੀ, ਇਹਦੀ ਮਹਿਲ ਮਾੜੀ ਹੈ ਜੀ। ਸੋ ਧੌਲ ਹਰ ਮਹਿਲ ਮਾੜੀਆਂ, ਬੱਗੇ ਬੰਕ ਦੁਆਰ। ਕਹਿੰਦੇ ਉਹਨਾਂ ਦੇ ਬੱਗੇ ਮੈਨੇ ਚਿੱਟੇ, ਬੰਕ ਮੈਨੇ ਸੋਹਣੇ, ਦੁਆਰ ਮੈਨੇ ਦਰਵਾਜ਼ੇ। ਕਹਿੰਦੇ ਵੱਡੇ ਵੱਡੇ ਉਹਨਾਂ ਨੇ ਘਰ ਪਾਏ ਹੋਏ ਨੇ, ਸੋਹਣੇ ਦਰਵਾਜ਼ੇ ਲੱਗੇ ਹੋਏ ਹਨ, ਚਿੱਟੇ ਰੰਗ ਦੇ ਦਰਵਾਜ਼ੇ ਲੱਗੇ ਨੇ। ਉਹਨਾਂ ਨੇ ਚਿੱਤਮ ਚਿਤਰਾ ਪੇਂਟ ਕੀਤਾ ਹੋਇਆ ਹੈ। ਕਰ ਮਨ ਖੁਸ਼ੀ ਉਸਾਰਿਆ, ਦੂਜੇ ਹੇਤ ਪਿਆਰ। ਮਾਇਆ ਨਾਲ ਪਿਆਰ ਹੋਣ ਕਰਕੇ ਮਨ ਦੀ ਖੁਸ਼ੀ ਅਨੁਸਾਰ ਬਹੁਤ ਵੱਡਾ ਘਰ ਪਾਇਆ। ਕਈ ਵਾਰੀ ਆਪਣੇ ਕੋਲ ਮਾਇਆ ਹੁੰਦੀ ਹੈ। ਸਾਡੇ 'ਚ ਇੱਕ ਨੁਕਸ ਹੈ ਕਿ ਅਸੀਂ ਲੋੜ ਅਨੁਸਾਰ ਨਹੀਂ ਕਰ ਪਾਉਂਦੇ, ਬੇਲੋੜਾ ਪਾ ਲੈਂਦੇ। ਬਹੁਤ ਸਾਰੇ ਲੋਕ ਬੇਲੋੜਾ ਖਰਚ ਕਰਦੇ ਨੇ। ਮੈਂ ਦੇਖਦਾ ਲੋਕ ਗਰੀਬ ਨਹੀਂ ਹੈਗੇ, ਲੋਕ ਮੂਰਖ ਨੇ। ਮੂਰਖ ਬੰਦੇ ਕੋਲ ਕਿੰਨਾ ਹੀ ਧਨ ਹੋਵੇ ਉਹਨੇ ਗਰੀਬ ਹੋ ਜਾਣਾ। ਮੈਂ ਦੇਖਿਆ 78 ਸਾਲ ਵਿਚਾਰ ਕਰ ਜਦੋਂ ਮੈਨੂੰ ਸੋਝੀ ਆਈ ਹੈ ਵੀ ਸਾਡਾ ਦੇਸ਼ ਗਰੀਬ ਨਹੀਂ, ਸਾਡਾ ਦੇਸ਼ ਮੂਰਖਾਂ ਦਾ ਦੇਸ਼ ਹੈ, ਇਸ ਲਈ ਗਰੀਬ ਹੈ। ਸਿਆਣਾ ਬੰਦਾ ਗਰੀਬ ਨਹੀਂ ਹੋਇਆ ਕਰਦਾ, ਮੂਰਖ ਹੀ ਗਰੀਬ ਹੁੰਦਾ। ਸਾਡਾ ਦੇਸ਼ ਗਰੀਬ ਨਹੀਂ ਹੈ, ਮੂਰਖ ਹੈ। ਮੰਦਰ ਨੂੰ ਬਾਹਰੋਂ ਧੋ ਰਹੇ ਨੇ 1 ਲੱਖ ਲੀਟਰ ਦੁੱਧ ਨਾਲ, ਧਿਆਨ ਦੇਣਾ। ਅਤੇ ਧੋਣ ਲਈ ਜਿਹੜੀ ਹੈ ਮਸ਼ੀਨ ਲਿਆਂਦੀ ਹੈ, ਜਿਹੜੀ ਅੱਗ ਬੁਝਾਊ ਹੁੰਦਾ ਵੱਡਾ ਸਾਰਾ ਟਰੱਕ, ਫਾਇਰ ਬ੍ਰਿਗੇਡ ਵਾਲਾ। ਫਾਇਰ ਬ੍ਰਿਗੇਡ ਦਾ ਜਿਹੜਾ ਟਰੱਕ ਹੈ ਉਹਦੇ ਦੁੱਧ ਭਰਿਆ ਹੋਇਆ, ਅਤੇ ਉਹ ਪਾਈਪ ਦੇ ਨਾਲ ਦੂਰ ਤੱਕ ਉਹਨੂੰ ਧੋ ਰਹੇ ਹਨ। ਫਿਰ ਗਰੀਬ ਤਾਂ ਨਾ ਹੋਏ, ਮੂਰਖ ਹੋਏ ਨਾ। ਫਿਰ ਬਹੁਤ ਸਾਰੀ ਦੁਨੀਆ ਨੂੰ ਜੇ ਤੁਸੀਂ ਧਿਆਨ ਨਾਲ ਵੇਖੋ, ਮੂਰਖਾਂ ਵਾਲੇ ਕਰਮ ਕਰਦੀ ਹੈ।
ਅਤੇ ਇਸ ਲਈ ਫਿਰ ਹੌਲੀ ਹੌਲੀ ਗਰੀਬ ਹੋਣੇ, ਜੇ ਮੂਰਖ ਹੀ ਮੂਰਖ ਹੋ ਜਾਏ ਫਿਰ ਗਰੀਬੀ ਆਪੇ ਵਧੇਗੀ ਵਧੇਗੀ। ਅਸੀਂ ਆਪਣੀ ਮੂਰਖਤਾ ਕਾਰਨ ਗਰੀਬ ਹਾਂ। ਮੈਂ ਆਪਣੇ ਰਿਸ਼ਤੇਦਾਰਾਂ ਵੱਲ ਵੀ ਜਦੋਂ ਵੇਖਦਾ, ਮੈਂ ਇਹਨਾਂ ਆਪਣੀ ਮੂਰਖਤਾ ਕਾਰਨ ਗਰੀਬ ਹਾਂ। ਸਹਾਇਤਾ ਕਰ ਵੀ ਦਿੱਤੀ, ਪਰ ਜੇ ਮੂਰਖਤਾ ਨਹੀਂ ਛੱਡੀ ਮੁੜ ਕੇ ਫਿਰ ਗਰੀਬ ਹੋ ਜਾਣਗੇ। ਕਿਹੜੇ ਕਿਸੇ ਪੈ ਮੂਰਖ ਨੂੰ ਤੁਸੀਂ ਇੱਕ ਵਾਰੀ ਅਮੀਰ ਬਣਾ ਦਿਓ। ਮੰਨ ਲਓ ਤੁਹਾਨੂੰ ਤਰਸ ਆ ਗਿਆ, ਤੁਹਾਡੇ ਕੋਲ ਪੈਸਾ ਸੀ, ਤੁਸੀਂ ਮੂਰਖ ਨੂੰ ਦੇ ਤਾ ਸਭ ਕੁਛ ਹੈ, ਉਹ ਆਪਣੀ ਮੂਰਖਤਾ ਕਰ 4-5 ਸਾਲਾਂ ਨੂੰ ਫਿਰ ਗਰੀਬ ਹੋ ਜਾਏਗਾ, ਕਿਉਂਕਿ ਮੂਰਖ ਹੈ ਉਹ। ਇਹ ਮਨੁੱਖ ਮੂਰਖ ਹੈ, ਇਸ ਕਰਕੇ ਇਹਦੀ ਗਰੀਬੀ ਨਹੀਂ ਦੂਰ ਹੋਣੀ ਜਿੰਨਾ ਇਹ ਚਿਰ ਮੂਰਖਤਾ ਨਹੀਂ ਛੱਡਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਨੇ, ਕੋਈ ਵਿਰਲਾ ਹਟਾਵੇਂ ਜਿਹਨੂੰ ਗੁਰੂ ਦੇ ਰਾਹੀਂ ਮਨ ਨੂੰ ਆਪਣਾ ਸਮਝਾ ਲਿਆ ਉਸਨੇ। ਕਹਿੰਦੇ ਫਿਰ ਅੱਗੇ ਕਹਿੰਦੇ ਨੇ, ਕਰ ਮਨ ਖੁਸ਼ੀ ਉਸਾਰਿਆ ਦੂਜੇ ਹੇਤ ਵੇ। ਦੂਜੇ ਮਾਇਆ ਨੂੰ ਕਹਿੰਦੇ, ਮਾਇਆ ਨਾਲ ਪਿਆਰ ਹੈ, ਬੜੀ ਖੁਸ਼ੀ ਖੁਸ਼ੀ ਘਰ ਨੂੰ ਉਸਾਰਦਾ ਹੈ। ਅੰਦਰ ਖਾਲੀ ਪ੍ਰੇਮ ਵਿਨ, ਪਰ ਅੰਦਰ ਰੱਬ ਪ੍ਰਤੀ ਪਿਆਰ ਹੀ ਨਹੀਂ ਹੈਗਾ। ਢਹਿ ਢੇਰੀ ਤਨ ਛਰ, ਇੱਕ ਦਿਨ ਇਹ ਸਰੀਰ ਨੇ ਢਹਿ ਢੇਰੀ ਹੋ ਜਾਣਾ। ਛਾਰ ਹੁੰਦੇ ਮਿੱਟੀ ਸੁਆਹ, ਅਤੇ ਇਸਨੇ ਸੜ ਕੇ ਸੁਆਹ ਹੋ ਜਾਣਾ। ਬਾਹਰੋਂ ਦੇਖਣ ਨੂੰ ਸਰੀਰ ਬਹੁਤ ਵਧੀਆ ਹੈ, ਬੜੇ ਸੋਹਣੇ ਸੋਹਣੇ ਕੱਪੜੇ ਪਾਏ ਨੇ, ਕਰੀਮ ਪਾਊਡਰ ਵੀ ਲਾਇਆ ਹੋਇਆ ਹੈ, ਹਾਰ ਸ਼ਿੰਗਾਰ ਵੀ ਕੀਤੇ ਹੋਏ ਹਨ, ਪਰ ਅੰਦਰੋਂ ਖਾਲੀ ਹੈ। ਅੰਦਰ ਨਾਮ ਨਹੀਂ ਜਪਦਾ, ਕੋਈ ਬਾਣੀ ਨਹੀਂ ਪੜ੍ਹਦਾ, ਰੱਬ ਨਾਲ ਕੋਈ ਪਿਆਰ ਨਹੀਂ ਹੈ, ਅੰਦਰ ਤਾਂ ਖਾਲੀ ਹੈ। ਅਤੇ ਜਿੱਦੇ ਟਹਿ ਜਾਏਗਾ ਸਰੀਰ ਤਨ ਛਾਰ, ਜਿੱਦੇ ਮਰੇਗਾ ਇਹ ਸਰੀਰ ਨੇ ਸੁਆਹ ਹੋ ਜਾਣਾ ਹੈ। ਐਵੇਂ ਗਿਆ। ਜੇ ਬਾਹਰੋਂ ਸੋਹਣੇ ਤਾਂ ਅੰਦਰੋਂ ਵੀ ਨਾਮ ਨਾਲ ਸੋਹਣਾ ਬਣਾਉਣਾ ਸੀ ਆਪਣੇ ਆਪ ਨੂੰ। ਚਲੋ ਦਾਤੇ ਨੇ ਰਹਿਣ ਨੂੰ ਵਧੀਆ ਘਰ ਦਿੱਤਾ ਹੈ, ਪਹਿਨਣ ਨੂੰ ਵਧੀਆ ਕੱਪੜੇ ਦਿੱਤੇ ਨੇ, ਸਰੀਰ ਵੀ ਸੋਹਣਾ ਦਿੱਤਾ ਹੈ, ਕਿਸੇ ਚੀਜ਼ ਦੀ ਕਮੀ ਵੀ ਨਹੀਂ ਹੈ ਬਾਹਰੋਂ ਦੇਖਣ ਨੂੰ। ਉਸ ਬੰਦੇ ਦਾ ਫਰਜ਼ ਬਣਦਾ ਕਿ ਮੈਂ ਅੰਦਰੋਂ ਨਾਮ ਜਪ ਜਪ ਕੇ ਅੰਦਰੋਂ ਵੀ ਸੋਹਣਾ ਹੋ ਜਾਵਾਂ। ਬਾਹਰੋਂ ਤਾਂ ਸੋਹਣਾ ਹੈ, ਕੁਦਰਤ ਨੇ ਬਣਾਇਆ ਹੀ ਹੈ, ਹੁਣ ਅੰਦਰੋਂ ਨਾਮ ਜਪ ਜਪ ਕੇ ਸੋਹਣਾ ਹੋਣਾ ਹੈ। ਅਸਲ ਫੇਰ ਹੀ ਅੰਦਰੋਂ ਬਾਹਰੋਂ ਜਦੋਂ ਬੰਦਾ ਸੋਹਣਾ ਹੈਗਾ। ਭਾਈ ਰੇ ਤਨ ਧਨ ਸਾਥ ਨਾ ਹੋਏ, ਰਾਮ ਨਾਮ ਧਨ ਨਿਰਮਲੋ, ਗੁਰਦਾਤ ਕਰੇ ਪ੍ਰਭ ਸੋਏ। ਰਹਾਉ ਰਾਮ ਨਾਮ ਧਨ ਨਿਰਮਲੋ, ਜੇ ਦੇਵੈ ਦੇਵਨਹਾਰ, ਆਗੇ ਪੂਛ ਨ ਹੋਵਈ, ਜਿਸ ਬੇਲੀ ਗੁਰ ਕਰਤਾਰ। ਆਪ ਛਡਾਏ ਛੁਟੀਏ, ਆਪੇ ਬਖਸ਼ਣਹਾਰ। ਬਖਸ਼ ਤੋਂ ਬਣੇ ਬਖਸ਼ਣਹਾਰ। ਭਾਈ ਰੇ, ਹੇ ਭਰਾਵਾ, ਤਨ ਧਨ ਸਾਥ ਨਾ। ਇਹ ਤੇਰਾ ਤਨ, ਇਹ ਤੇਰਾ ਧਨ ਤੇਰੇ ਨਾਲ ਨਹੀਂ ਜਾਣਾ। ਜਦੋਂ ਸਾਡੀ ਡੈਥ ਹੋਣੀ ਹੈ, ਜੀਵ ਆਤਮਾ ਵਿੱਚੋਂ ਨਿਕਲ ਜਾਣੀ ਹੈ, ਕਿਉਂਕਿ ਸਰੀਰ ਤਾਂ ਹੈ ਨਹੀਂ, ਅਸੀਂ ਆਤਮਾ ਹਾਂ। ਅਸੀਂ ਆਤਮਾ ਹਾਂ ਅਤੇ ਆਤਮਾ ਦੇ ਨਾਲ ਸਰੀਰ ਨਹੀਂ ਜਾਣਾ, ਅਤੇ ਸਰੀਰ ਨਾਲ ਜਿੰਨੀਆਂ ਸੰਬੰਧਿਤ ਚੀਜ਼ਾਂ ਨੇ ਇਹਨਾਂ ਨੇ ਵੀ ਨਹੀਂ ਜਾਣਾ। ਇਸ ਲਈ ਕਹਿੰਦੇ, ਭਾਈ ਰੇ ਤਨ ਧਨ ਸਾਥ ਨਾ ਹੋਏ। ਤੇਰੇ ਸਰੀਰ ਨੇ, ਤੇਰੇ ਧਨ ਨੇ ਤੇਰੇ ਨਾਲ ਨਹੀਂ ਜਾਣਾ, ਕਿਤੇ ਤੇਰੇ ਜਣੇ ਨੇ। ਰਾਮ ਨਾਮ ਧਨ ਨਿਰਮਲੋ। ਹਾਂ, ਪਰਮਾਤਮਾ ਜਿਹੜਾ ਨਾਮ ਧਨ ਹੈ ਨਾ, ਇਹੀ ਪਵਿੱਤਰ ਹੈ। ਗੁਰਦਾਤ ਕਰੇ ਪ੍ਰਭ ਸੋਏ। ਹਾਂ, ਪਰਮਾਤਮਾ ਗੁਰੂ ਦੇ ਰਾਹੀਂ ਮਨੁੱਖ ਨੂੰ ਇਸ ਨਾਮ ਦੀ ਦਾਤ ਦਿੰਦਾ ਹੈ। ਫਿਰ ਮਨੁੱਖ ਨਾਮ ਧਨ ਇਕੱਠਾ ਕਰਦਾ ਹੈ, ਫਿਰ ਉਹ ਨਿਰਮਲ ਹੋ ਜਾਂਦਾ ਹੈ। ਇਹ ਨਾਮ ਧਨ ਹੀ ਬੰਦੇ ਦੇ ਨਾਲ ਜਾਂਦਾ, ਸੰਸਾਰੀ ਧਨ ਨਹੀਂ ਜਾਂਦਾ। ਹੁਣ ਤੱਕ ਆਪ ਜੀ ਨੂੰ ਸਾਰੀ ਗੱਲਾਂ ਦਾ ਗਿਆਨ ਹੋ ਗਿਆ। ਮਨੁੱਖ ਦੇ ਨਾਲ ਇੱਕ ਹੁੰਦਾ ਉਹਦਾ ਸੂਖਸ਼ਮ ਸਰੀਰ। ਜਦੋਂ ਸਾਡੀ ਡੈਥ ਹੋਏਗੀ, ਇਹਦੇ ਵਿੱਚੋਂ ਬਾਹਰੀ ਸਰੀਰ ਵਰਗਾ ਇੱਕ ਸੂਖਸ਼ਮ ਸਰੀਰ ਨਿਕਲੇਗਾ।
ਮੰਨ ਲਓ ਤੁਹਾਡੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੈ, ਮੈਂ ਵਿੱਚੋਂ ਤੁਹਾਨੂੰ ਨਿਕਲਦਾ ਵੇਖ ਰਿਹਾ, ਬਾਈ ਚਾਂਸ ਮੇਰੀ ਡੈਥ ਵੇਲੇ ਤੁਸੀਂ ਹਾਜ਼ਰ ਸੀ, ਤੁਹਾਡੇ ਜੋ ਕਿਸੇ ਦਿਵ ਦ੍ਰਿਸ਼ਟੀ ਖੁੱਲ੍ਹੀ ਸੀ, ਤੁਸੀਂ ਵੇਖੋਗੇ ਵੀ ਬਾਬਾ ਜੀ ਦੇ ਵਿੱਚੋਂ ਇੱਕ ਹੋਰ ਬਾਬਾ ਨਿਕਲਿਆ ਹੂ ਬੂ ਉਹੋ ਜਿਹਾ। ਹੱਥ ਲਾਓਗੇ ਤੁਹਾਡੇ ਹੱਥ 'ਚ ਨਹੀਂ ਆਵੇਗਾ, ਕਿਉਂਕਿ ਸੂਖਮ ਸਰੀਰ ਹੋਵੇਗਾ ਹੂ ਬੂ ਇਹੋ ਜਿਹੀ। ਉਸ ਸੂਖਮ ਸਰੀਰ ਦੇ ਵਿੱਚ ਇੱਕ ਹੁੰਦੀ ਆਤਮਾ, ਦੂਜਾ ਹੁੰਦਾ ਮਨ, ਦੋ ਚੀਜ਼ਾਂ ਹੁੰਦੀਆਂ। ਇਸ ਸਰੀਰ ਦੇ ਵਿੱਚੋਂ ਇੱਕ ਸਰੀਰ ਨਿਕਲਦਾ ਹੈ ਮਰਨ ਤੋਂ ਬਾਅਦ, ਉਹਨੂੰ ਕਹਿੰਦੇ ਨੇ ਸੂਖਮ ਸਰੀਰ। ਉਹ 'ਚ ਦੋ ਚੀਜ਼ਾਂ ਹੁੰਦੀਆਂ, ਇੱਕ ਸਾਡਾ ਮਨ, ਇੱਕ ਸਾਡੀ ਆਤਮਾ। ਜੋ ਵੀ ਅਸੀਂ ਚੰਗੇ ਮੰਦੇ ਕਰਮ ਕੀਤੇ ਨੇ ਉਹ ਮਨ ਦੇ ਵਿੱਚ ਜਮ੍ਹਾਂ ਹੁੰਦੇ ਨੇ। ਉਹ ਸਾਡੇ ਕਰਮ ਚੰਗੇ ਮੰਦੇ, ਨਾਮ ਜਪਿਆ ਵੀ ਇੱਕ ਕਰਮ ਹੈ ਅਤੇ ਚੋਰੀ ਕੀਤੀ ਵੀ ਇੱਕ ਕਰਮ ਹੈ। ਇਹ ਦੋਨਾਂ ਕਰਮਾਂ ਨੇ ਨਾਲ ਹੀ ਜਾਣਾ। ਵਸਤੂ ਕੋਈ ਨਹੀਂ ਨਾਲ ਜਾਣੀ, ਚੀਜ਼ ਕੋਈ ਨਹੀਂ ਜਾਣੀ, ਸਾਡੇ ਚੰਗੇ ਮੰਦੇ ਕਰਮ ਨਾਲ ਜਾਣੇ ਨੇ ਅਤੇ ਉਹ ਮਨ ਦੇ ਵਿੱਚ ਨੇ, ਉਹ ਮਨ 'ਚ ਨੇ। ਜਦੋਂ ਉੱਥੇ ਜਾਵਾਂਗੇ ਫਿਰ ਸਾਡੇ ਕਰਮਾਂ ਦਾ ਹਿਸਾਬ ਹੋਵੇਗਾ। ਫਿਰ ਆਹ ਚੰਗੇ ਕੀਤੇ, ਆਹ ਮੰਦੇ ਕੀਤੇ। ਫਿਰ ਉਹਨਾਂ ਕਰਮਾਂ ਨੂੰ ਵੇਖ ਕੇ ਪਰਮਾਤਮਾ ਅਗਲਾ ਜੀਵਨ ਦਿੰਦਾ ਹੈ। ਜੇ ਤਾਂ ਚੰਗੇ ਕਰਮ ਕੀਤੇ ਨੇ ਤਾਂ ਚੰਗੀ ਕਿਸਮਤ ਲਿਖ ਕੇ ਭੇਜ ਦੇਗਾ, ਅਤੇ ਜੇ ਭਾਈ ਭੈੜੇ ਕਰਮ ਕੀਤੇ ਨੇ ਤਾਂ ਮੰਦੀ ਕਿਸਮਤ ਲਿਖ ਕੇ ਭੇਜ ਦੇਗਾ। ਉਹਨੇ ਤਾਂ ਸਾਡੇ ਕਰਮ ਵੇਖ ਕੇ ਸਾਡੀ ਕਿਸਮਤ ਲਿਖਣੀ ਹੈ। ਜਿਹੜੀ ਹੁਣ ਤੁਸੀਂ ਕਿਸਮਤ ਭੋਗ ਰਹੇ ਹੋ, ਇਹ ਤੁਸੀਂ ਹੀ ਪਿਛਲੇ ਜਨਮ 'ਚ ਬਣਾਈ ਹੋਈ ਹੈ। ਮੈਂ ਆਪਣੀ ਕਿਸਮਤ ਬਣਾਈ ਹੈ, ਮਾਨ ਸਾਹਿਬ ਨੇ ਆਪਣੀ ਬਣਾਈ ਹੈ, ਤੁਸੀਂ ਆਪਣੀ ਬਣਾਈ, ਮੇਰੇ ਬਾਪ ਨੇ ਆਪਣੀ ਬਣਾਈ, ਮਾਂ ਨੇ ਆਪਣੀ ਬਣਾਈ, ਭਰਾ ਨੇ ਆਪਣੀ ਬਣਾਈ। ਹਰ ਇੱਕ ਬੰਦਾ ਆਪਣੀ ਆਪਣੀ ਕਿਸਮਤ ਬਣਾਉਂਦਾ ਹੈ। ਕਈ ਵਾਰੀ ਆਪਾਂ ਕੁਝ ਬੰਦੇ ਰਲ ਕੇ ਇੱਕੋ ਕੰਮ ਕਰਦੇ ਹਾਂ। ਚੋਰੀ ਕਰਨ ਗਏ, ਘਰ ਦੇ ਦੋ ਜੀ ਇਕੱਠੇ ਚਲੇ ਗਏ ਚੋਰੀ ਕਰਨ, ਉਹ ਦੋਨਾਂ ਦਾ ਫਿਰ ਕਰਮ ਹੋ ਗਿਆ ਕਿ ਨਹੀਂ? ਉਹ ਦੋਨਾਂ ਨੂੰ ਹੀ ਮੰਨ ਲਓ ਚੋਰੀ ਕੀਤੀ, ਨਹੀਂ ਫੜੇ ਗਏ, ਅਗਲੇ ਜਨਮ 'ਚ ਕੋਈ ਕਾਰਨ ਬਣੇ ਦੋਨਾਂ ਨੂੰ ਹੀ ਸਜ਼ਾ ਹੋਵੇਗੀ, ਕਿਉਂਕਿ ਦੋਨਾਂ ਨੇ ਇਕੱਠਿਆਂ ਮਾੜਾ ਕੰਮ ਕੀਤਾ ਸੀ, ਦੋਨਾਂ ਨੂੰ ਹੀ ਸਜ਼ਾ ਹੋਵੇਗੀ। ਕਈ ਵਾਰੀ ਕਰਮ ਇੱਕ ਨੇ ਕੀਤਾ, ਦੋਸ਼ ਦੂਜੇ 'ਤੇ ਵੀ ਲੱਗਦੇ ਵੀ ਇਹ ਵੀ ਨਾਲ ਹੀ ਸੀ ਜੀ, ਇਹ ਵੀ ਨਾਲ ਸੀ। ਇਸ ਤਰ੍ਹਾਂ ਮਨੁੱਖ ਫਿਰ ਕਰਮ ਭੋਗਦਾ ਰਹਿੰਦਾ ਹੈ, ਨਵੇਂ ਕਰਦਾ ਰਹਿੰਦਾ ਹੈ, ਪਿਛਲੇ ਭੋਗਦਾ ਰਹਿੰਦਾ ਹੈ। ਸਿਲਸਿਲਾ ਪਤਾ ਨਹੀਂ ਕਦੋਂ ਤੱਕ ਚੱਲਦਾ ਰਹਿੰਦਾ ਹੈ। ਜਿੰਨਾ ਚਿਰ ਨਾਮ ਜਪ 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 ਕੇ ਅੰਦਰ ਮਨ ਸਾਫ਼ ਨਹੀਂ ਹੋ ਜਾਂਦਾ, ਉਨਾ ਚਿਰ ਮਨੁੱਖ ਜਨਮ ਲਈ ਹੋਈ ਜਾਂਦਾ ਹੈ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਰਾਮ ਨਾਮ ਤਾਂ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ। ਰਾਮ ਨਾਮ ਤਾਂ ਨਿਰਮਲੋ ਜੇ ਦੇਵੈ ਦੇਵਨਹਾਰ। ਪਰਮਾਤਮਾ ਦਾ ਨਾਮ ਜੋ ਨਿਰਮਲ ਹੈ, ਇਹ ਵੀ ਤਾਂ ਹੀ ਮਿਲਦਾ ਜੇ ਦੇਣ ਵਾਲਾ ਪਰਮਾਤਮਾ ਇਹ ਨਾਮ ਦੀ ਦਾਤ ਦੇਵੇ, ਕਿਉਂਕਿ ਅਸੀਂ ਕੁਝ ਚੀਜ਼ ਧੱਕੇ ਨਾਲ ਨਹੀਂ ਪ੍ਰਾਪਤ ਕਰ ਸਕਦੇ। ਅਸੀਂ ਕੋਈ ਚੀਜ਼ ਧੱਕੇ ਨਾਲ ਪ੍ਰਾਪਤ ਨਹੀਂ ਰੱਬ ਤੋਂ ਕਰ ਸਕਦੇ ਹਾਂ। ਦੂਜਿਆਂ ਤੋਂ ਕਰ ਸਕਦੇ, ਤਕੜਾ ਬੰਦਾ ਮਾੜੇ ਤੋਂ ਖੋਹ ਲੈਂਦਾ, ਚੀਜ਼ ਲੈ ਲੈਂਦਾ ਹੈ। ਰੱਬ ਦੀ ਮਰਜ਼ੀ ਹੈ ਸਾਨੂੰ ਕੁਝ ਦੇਵੇ ਨਾ ਦੇਵੇ। ਆਗੇ ਪੂਛ ਨਾ ਹੋਵੇ ਜਿਸ ਬੇਲੀ ਗੁਰ ਕਰਤਾਰ। ਬੇਲੀ ਦਾ ਮਿੱਤਰ, ਜਿਹਦਾ ਮਿੱਤਰ ਗੁਰੂ ਜਾਂ ਪਰਮਾਤਮਾ ਹੋਵੇ, ਉਹਨੂੰ ਅੱਗੇ ਕੋਈ ਨਹੀਂ ਪੁੱਛਦਾ, ਉਹਦੀ ਕੋਈ ਪੁੱਛ ਪੜਤਾਲ ਨਹੀਂ ਹੁੰਦੀ। ਉਹਦੀ ਕੋਈ ਪੁੱਛ ਪੜਤਾਲ ਨਹੀਂ ਹੁੰਦੀ ਹੈ। ਕਿਉਂ? ਉਹਦਾ ਦੋਸਤ ਗੁਰੂ ਹੈ, ਉਹਦਾ ਦੋਸਤ ਪਰਮਾਤਮਾ ਹੈ। ਮੰਨ ਲਓ ਤੁਹਾਨੂੰ ਪਤਾ ਹੈ ਕਿ DC ਸਾਹਿਬ ਦਾ ਲੜਕਾ ਆ ਰਿਹਾ, ਅਸੀਂ ਉਹਨੂੰ ਰੋਕਾਂਗੇ ਨਹੀਂ, ਸਗੋਂ ਗੇਟ ਅੱਗੇ ਖੜ੍ਹ ਜਾਂਗੇ, ਆਓ ਜੀ ਆਓ ਜੀ। ਕਿਉਂ? ਵੀ ਇਹ DC ਸਾਹਿਬ ਦਾ ਲੜਕਾ ਹੈ, ਇਹ ਮਨਿਸਟਰ ਦਾ ਦੋਸਤ ਹੈ, ਉਹਨੂੰ ਵੀ ਨਹੀਂ ਰੋਕਾਂਗੇ, ਕਿਉਂਕਿ ਆਪਾਂ ਉਹਨੂੰ ਜਾਣਦੇ ਮਨਿਸਟਰ ਦਾ ਦੋਸਤ ਹੈ। ਹਾਂਜੀ, ਇਸ ਉਹ ਕੋਈ ਨਹੀਂ, ਇਸ ਜਿਹਦਾ ਦੋਸਤ ਗੁਰੂ ਜਾਂ ਪਰਮਾਤਮਾ ਬਣ ਜਾਵੇ, ਕਹਿੰਦੇ ਉਹਦੀ ਕੋਈ ਪੁੱਛ ਪੜਤਾਲ ਨਹੀਂ ਹੁੰਦੀ, ਉਹਦੇ ਰਾਹ ਲਾਈਨਾਂ ਕਲੀਅਰ ਨੇ, ਆਓ ਜੀ ਜੀ ਆਇਆਂ ਨੂੰ।
ਆਪ ਛਡਾਏ ਛੁਟੀਐ ਆਪੇ ਬਖਸ਼ਨਹਾਰ। ਪਰਮਾਤਮਾ ਹੀ ਜੇ ਸਾਡੇ ਤੋਂ ਇਹ ਆਵਾਗਮਨ ਦਾ ਚੱਕਰ ਛਡਾਏ ਨਾ, ਤਾਂ ਹੀ ਅਸੀਂ ਛੱਡ ਸਕਦੇ ਹਾਂ। ਉਹ ਆਪ ਹੀ ਬਖਸ਼ਦਾ ਹੈ, ਉਹ ਆਪ ਹੀ ਬਖਸ਼ਦਾ ਸਾਨੂੰ, ਉਹ ਆਪ ਹੀ ਕਿਰਪਾ ਕਰਦਾ ਹੈ, ਸਾਡੇ ਅੰਦਰ ਸਾਰੀਆਂ ਬੁਰਾਈਆਂ ਨੂੰ ਛੁਡਾ ਦਿੰਦਾ ਹੈ, ਸਾਡੇ ਮਨ ਨੂੰ ਨਾਮ ਜਪਾ ਜਪਾ ਕੇ ਨਿਰਮਲ ਕਰ ਦਿੰਦਾ ਹੈ। ਮਨਮੁਖ ਜਾਣੈ ਆਪਣੇ ਧੀਆਂ ਪੂਤ ਸੰਜੋਗ, ਨਾਰੀ ਦੇਖ ਵਿਗਾਸੀਐ ਨਾਲੇ ਹਰਖ ਸੋ ਸੋਗ। ਗੁਰਮੁਖ ਸ਼ਬਦ ਰੰਗਾਵਲੇ ਐਨਸ ਹਰਸ ਭੋਗ। ਮਨਮੁਖ ਜਾਣੈ ਆਪਣੇ ਧੀਆਂ ਪੂਤ ਸੰਜੋਗ। ਮਨਮੁਖ ਸਮਝਦਾ ਧੀਆਂ ਪੁੱਤਰ ਮੇਰੇ ਹਨ। ਗੁਰਬਾਣੀ ਕਹਿੰਦੀ ਇਹ ਤਾਂ ਪਿਛਲੇ ਜਨਮ ਦੇ ਸੰਯੋਗਾਂ ਕਾਰਨ ਤੇਰੇ ਘਰ ਆਏ ਨੇ, ਤੇਰੇ ਨਾਲ ਇਹਦੇ ਸੰਯੋਗ ਸਨ। ਤਾਂ ਇਹ ਕਹਿੰਦੇ ਨੇ ਨਾਨਕ ਸਤਿਗੁਰ ਤੇ ਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਯੋਗ। ਸੰਯੋਗ ਹੁੰਦੇ ਨੇ, ਜਿਹਦੇ ਨਾਲ ਸੰਯੋਗ ਨੇ ਉਹਦੇ ਨਾਲ ਹੀ ਵਿਆਹ ਹੋਣਾ ਹੈ। ਕਈ ਵਾਰੀ ਬੱਚੇ ਅੱਡ ਅੱਡ ਜਾਤਾਂ ਦੇ ਹੁੰਦੇ, ਕੋਈ ਉੱਚੀ ਜਾਤ ਦਾ, ਕੋਈ ਨੀਵੀਂ ਜਾਤ ਦਾ, ਲਵ ਕਰਦੇ ਨੇ। ਮਾਂ ਪਿਓ ਉਹਨਾਂ ਦਾ ਵਿਆਹ ਉਸ ਤਰ੍ਹਾਂ ਨਹੀਂ ਕਰਨਾ ਚਾਹੁੰਦੇ, ਫਿਰ ਮੇਰੇ ਕੋਲ ਆ ਜਾਣਗੇ। ਮੈਂ ਦੇਖਦਾ, ਜੇ ਤਾਂ ਸੰਯੋਗ ਹੋਇਆ ਫਿਰ ਤਾਂ ਨਾ ਤੁਸੀਂ ਕੁਛ ਕਰ ਸਕਦੇ ਨੇ, ਫਿਰ ਨਾ ਮੈਂ ਕਰ ਸਕਦਾ। ਹਾਂ, ਜੇ ਸੰਯੋਗ ਨਾ ਹੋਇਆ ਫਿਰ ਮੈਂ ਪਾੜ ਦੇ ਦਾਂਗਾ ਕਿ ਤੁਹਾਡੀ ਲੜਕੀ ਜਾਂ ਲੜਕੇ ਦਾ ਖਿਆਲ ਜਿਹੜਾ ਹੈ ਉਹ ਦੂਜੇ ਵੱਲੋਂ ਹਟ ਜੇ, ਫਿਰ ਮੈਂ ਤਾਂ ਕਰ ਸਕਦਾ। ਜੇ ਸੰਯੋਗ ਹੈ ਭਾਈ ਫਿਰ ਹੋਣਾ ਹੀ ਹੋਣਾ, ਚਾਹੇ ਘਰੋਂ ਭੱਜ ਜਾਣ, ਚਾਹੇ ਕੋਰਟ 'ਚ ਚਲੇ ਜਾਣ, ਚਾਹੇ ਕੁਛ ਹੋ ਜਾਏ। ਜੇ ਸੰਯੋਗ ਨੇ ਫਿਰ ਮੈਂ ਇਹ ਅੱਗੇ ਦੇਖਦਾ, ਗੁਰੂ ਪੁੱਛਦਾ ਵੀ ਜੇ ਇਹਨਾਂ ਦਾ ਵਿਆਹ ਹੋ ਜਾਏ ਕੀ ਆਪਸ 'ਚ ਨਿਭੇਗੀ? ਉਹ ਕਹੇ ਨਹੀਂ, ਨਿਭਣੀ ਨਹੀਂ। ਕਈ ਵਾਰੀ ਨਹੀਂ ਨਿਭਣੀ। ਫਿਰ ਕਈ ਵਾਰੀ ਉਹਨਾਂ ਦੋਨਾਂ ਨੂੰ ਮੈਂ ਟੈਲੀਫੋਨ ਕਰਦਾ, ਸਮਝਾਉਣਾ ਵੀ ਕਾਕਾ ਬੀਬਾ ਠੀਕ ਹੈ, ਸੰਯੋਗ ਤਾਂ ਤੁਹਾਡੇ ਹੈਗੇ ਪਰ ਤੁਹਾਡੀ ਨਿਭੜੀ ਨਹੀਂ। ਕੀ ਫਾਇਦਾ? ਦੋਨੋਂ ਪਰਿਵਾਰ ਕਿੰਨਾ ਖਰਚਾ ਕਰੋਗੇ ਵਿਆਹ ਸ਼ਾਦੀ 'ਤੇ, ਮਗਰੋਂ ਨਿਭੀ ਨਾ, ਫਿਰ ਫਾਇਦਾ ਕਿ ਬੇਸਵਾਦੀ ਹੋਵੇਗੀ। ਬੈਟਰ ਹੈ ਤੁਸੀਂ ਇੱਕ ਦੂਜੇ ਦਾ ਖਹਿੜਾ ਛੱਡ ਦਿਓ, ਹੋਰ ਕੋਈ ਲੱਭ ਲਓ। ਕਈ ਤਾਂ ਤਿਆਰ ਹੋ ਜਾਂਦੇ ਨੇ, ਕਈ ਕਹਿੰਦੇ ਜੀ ਕੋਈ ਪਾਠ ਦੇ ਦਿਓ ਜੀ, ਸਾਡੀ ਮਗਰੋਂ ਨਿਭੇ ਜੀ। ਕਈ ਵਾਰੀ ਜਿਹੜਾ ਹੈ ਚਲ ਕੋਈ ਨਹੀਂ ਯਾਰ, ਦਿਓ ਇਹਨਾਂ ਨੂੰ ਪਾਠ, ਜੇ ਕੋਈ ਗੱਲ ਬਣ ਗਈ ਨੇ ਤਾਂ ਮੈਂ ਫਿਰ ਐਂ ਕਰੋ, ਅਜੇ ਸ਼ਾਦੀ ਨਹੀਂ ਕਰਾਉਣੀ, ਇਹ ਪਾਠ ਕਰੋ ਪਹਿਲਾਂ 40 ਦਿਨ ਦੋਨੋਂ ਰਲ ਕੇ, ਫਿਰ ਮੇਰੇ ਕੋਲ ਆਇਓ। ਜੇ ਗੁਰੂ ਮਹਾਰਾਜ ਨੇ ਕਹਿਤਾ ਵੀ ਹਾਂ ਹੁਣ ਨਿਭ ਜਾਏਗੀ, ਫਿਰ ਮਾਂ ਪਿਓ ਨੂੰ ਸਮਝਾ ਦੇਣਾ ਵੀ ਹੁਣ ਨਿਭ ਜਾਏਗੀ, ਹੁਣ ਕਰ ਦਿਓ ਜੀ ਇਹਨਾਂ ਦਾ। ਜੇ ਫਿਰ ਵੀ ਨਾ ਅਜੇ ਮੈਂ ਕਿਹੜੇ ਇੱਕ ਚਲੀਆ ਹੋਰ ਕਰੋ ਅਜੇ ਇੱਕ ਜੇ 3 ਚਲੀਏ, ਮਹਾਂਪੁਰਖ ਕਹਿੰਦੇ ਸੀ 3 ਚਲੀਏ ਤੋਂ ਵੱਧ ਨਹੀਂ ਕਿਸੇ ਨੂੰ ਦੇਣੇ। ਜੇ ਨਹੀਂ ਨਾ ਕੰਮ ਬਣਦਾ 3 ਚਲੀਆ ਰਹਿ ਕੇ ਭਾਈ ਨਹੀਂ, ਤੇਰੇ ਭਾਗਾਂ 'ਚ ਹੈ ਨਹੀਂ। ਜੇ ਤੀਜੀ ਵਾਰੀ ਵੀ ਨਾ ਹੋ ਗਈ ਫਿਰ ਮੈਂ ਉਹਨੂੰ ਸਮਝਾ ਦੇਣਾ ਵੀ ਨਹੀਂ, ਤੁਹਾਡੀ ਨਹੀਂ ਨਿਭੇਗੀ, ਬਾਕੀ ਤੁਹਾਡੀ ਮਰਜ਼ੀ ਹੈ, ਮੈਂ ਤੁਹਾਨੂੰ ਕੰਪੈਲ ਨਹੀਂ ਕਰ ਸਕਦਾ, ਬਾਕੀ ਤੁਹਾਡੀ ਮਰਜ਼ੀ ਹੈ ਵੀ ਤੁਹਾਡੀ ਨਿਭਣੀ ਤਾਂ ਹੈ ਨਹੀਂ। ਸੋ ਇਸ ਲਈ ਇਹ ਮਨਮੁਖ ਹੈ। ਆਪਾਂ ਸਾਰੇ ਹੀ ਇਸ ਪੜ੍ਹ ਦੇ ਮਨਮੁਖ ਹਾਂ। ਆਪਣੇ ਧੀਆਂ ਪੁੱਤਰ ਨੂੰ ਆਪਣੇ ਹੀ ਸਮਝਦੇ ਹਾਂ, ਆਪਣੇ ਸਮਝਦੇ ਹਾਂ। ਇਹ ਤਾਂ ਕਦੇ ਸੰਯੋਗਾਂ ਕਾਰਨ ਆ ਗਏ। ਬਈ ਕੀ ਸੀ, ਤੁਸੀਂ ਖੜ੍ਹੇ ਸੀ ਬੂਹੇ ਅੱਗੇ, ਕੋਈ ਬੱਚਾ ਉੱਥੋਂ ਲੰਘਿਆ, ਤੁਸੀਂ ਕਿਹਾ ਹਾਏ ਓਏ ਇਹ ਕਿਤੇ ਬੱਚਾ ਸਾਡਾ ਹੁੰਦਾ, ਬਸ ਉਹਨੇ ਤੁਹਾਡੇ ਆ ਜਾਣਾ, ਚਾਹੇ 50 ਸਾਲ ਨੂੰ ਆਵੇ, ਚਾਹੇ 100 ਸਾਲ ਨੂੰ ਆਵੇ, ਚਾਹੇ 2 ਜਨਮਾਂ ਬਾਅਦ ਆਵੇ, ਤਾਂ 10 ਜਨਮਾਂ ਬਾਅਦ ਆਵੇ, ਉਹ ਤੁਹਾਡੇ ਘਰ ਪੈਦਾ ਹੋਊਗਾ ਹੀ ਹੋਏਗਾ, ਕਿਉਂਕਿ ਤੁਸੀਂ ਇੱਛਾ ਕੀਤੀ। ਐ ਸੰਯੋਗ ਬਣਦੇ ਨੇ, ਇਸ ਤਰ੍ਹਾਂ ਸੰਯੋਗ ਬਣਦੇ ਨੇ। ਉਹਨੇ ਫਿਰ ਆਉਣਾ ਹੀ ਆਉਣਾ, ਉਹ ਚੰਗਾ ਹੋਵੇ ਮੰਦਾ ਹੋਵੇ, ਤੁਸੀਂ ਮੰਗਿਆ, ਤੁਸੀਂ ਇੱਛਾ ਕੀਤੀ। ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਦੇਵੇ, ਇਹ ਤਾਂ ਗਲਤ ਹੋ ਨਹੀਂ ਸਕਦਾ। ਜੋ ਤੁਸੀਂ ਪਰਮਾਤਮਾ ਤੋਂ ਅੱਜ ਮੰਗ ਰਹੇ ਹੋ ਤੁਹਾਨੂੰ ਮਿਲਣਾ ਹੈ। ਹਾਂ, 100 ਸਾਲ ਨੂੰ ਮਿਲੇ, 200 ਸਾਲ ਨੂੰ ਮਿਲੇ, 1000 ਸਾਲ ਨੂੰ ਮਿਲੇ, ਉਹ ਮਿਲੂਗਾ ਜੋ ਤੁਸੀਂ ਮੰਗਿਆ, ਚੰਗਾ ਜਾਂ ਮੰਦਾ ਮਿਲੂਗਾ ਤੁਹਾਨੂੰ। ਇਹਦੇ ਤਾਂ ਨਹੀਂ ਮਿਲੇਗਾ। ਸਿਰਫ ਇੰਨਾ ਕਿ ਧਾਰਮਿਕ ਬੰਦੇ ਨੂੰ ਛੇਤੀ ਮਿਲ ਜਾਂਦਾ ਹੈ,
ਕੋਈ ਮਹਾਂਪੁਰਖ ਹੈ ਪਹੁੰਚਿਆ ਹੋਇਆ, ਉਹ ਜੋ ਚਾਹੇਗਾ ਉਹਦੀ ਮਿਲ ਜਾਏਗਾ, ਉਸਨੂੰ ਉਹਨੂੰ ਨਾਲ ਦੀ ਨਾਲ ਮਿਲ ਜਾਏਗਾ। ਆਪਾਂ ਨੂੰ ਟਾਈਮ ਨਾਲ ਮਿਲੇਗਾ, ਜਿਹੀ ਸਾਡੀ ਕਮਾਈ ਹੈ ਮਿਲੇਗਾ ਜ਼ਰੂਰ। ਇਹ ਸੰਯੋਗਾਂ ਕਾਰਨ ਧੀ ਪੁੱਤਰ ਆਏ ਨੇ। ਜਿੰਨਾ ਸਮਾਂ ਦਾ ਸੰਯੋਗ ਲਿਖਿਆ ਉਹਨਾਂ ਸਮੇਂ ਉਹਨਾਂ ਸਾਡੇ ਕੋਲ ਰਹਿਣਾ, ਚਾਹੇ ਰੁੱਸ ਕੇ ਚਲੇ ਜਾਣ, ਚਾਹੇ ਨਹਿਜ ਡੇ ਕੇ ਮਰ ਜਾਣ, ਚਾਹੇ ਸਾਨੂੰ ਛੱਡ ਕੇ ਚਲੇ ਜਾਣ, ਕੁਛ ਵੀ ਹੋਵੇ। ਜਿੰਨੇ ਸਾਲ ਤੁਹਾਡਾ ਉਹਨਾਂ ਨਾਲ ਸੰਬੰਧ ਹੈ ਉਨੇ ਸਾਲ ਹੀ ਉਹਨਾਂ ਨੇ ਤੁਹਾਡੇ ਕੋਲ ਰਹਿਣਾ ਹੈ। ਵਿਯੋਗ ਦਾ ਕਾਰਨ ਕੋਈ ਵੀ ਬਣ ਸਕਦਾ ਹੈ। ਨਾਰੀ ਦੇਖ ਵਿਗਾਸੀ ਹੈ, ਨਾਲੇ ਹਰਖ ਸੋ ਸੋਗ। ਕਹਿੰਦੇ ਹੁਣ ਔਰਤ ਨੂੰ ਵੇਖ ਕੇ ਲੋਕ ਖੁਸ਼ ਹੁੰਦੇ ਨੇ, ਮੇਰੀ ਘਰ ਵਾਲੀ ਹੈ, ਖੁਸ਼ ਵੀ ਹੁੰਦਾ, ਹਰਖ ਖੁਸ਼ੀ, ਸੋਗ ਕਿਤੇ ਮਾਰੀ ਨਾ ਜਾਵੇ, ਕਿਤੇ ਛੱਡ ਕੇ ਨਾ ਚਲੀ ਜਾਵੇ, ਕਿਤੇ ਤਲਾਕ ਹੀ ਨਾ ਹੋ ਜਾਵੇ, ਸੋਗ ਵੀ ਹੈ ਨਾਲ। ਜਿਸ ਚੀਜ਼ ਨਾਲ ਖੁਸ਼ੀ ਜੁੜੀ ਹੋਈ ਹੈ ਉਹਦੇ ਨਾਲ ਗਮੀ ਵੀ ਜੁੜੀ ਹੋਈ ਹੈ। ਦੋਨੋਂ ਚੀਜ਼ਾਂ ਹੁੰਦੀਆਂ। ਜਿਸ ਚੀਜ਼ ਤੋਂ ਤੁਹਾਨੂੰ ਖੁਸ਼ੀ ਅੱਜ ਹੋ ਰਹੀ ਹੈ, ਕਿਸੇ ਦਿਨ ਉਸੇ ਚੀਜ਼ ਤੋਂ ਤੁਹਾਨੂੰ ਅਫਸੋਸ ਵੀ ਹੋ ਸਕਦਾ ਹੈ। ਇਹ ਹਰਖ ਅਤੇ ਸੋਗ ਨਾਲ ਨਾਲ ਹੀ ਫੇਰਿੰਦੇ ਨੇ। ਗੁਰਮੁਖ ਸ਼ਬਦ ਰੰਗਾਵਲੇ ਐਨਸ ਹਰਸ ਭੋਗ। ਪਰ ਜਿਹੜੇ ਗੁਰਮੁਖ ਹੁੰਦੇ ਨੇ ਉਹ ਪਰਮਾਤਮਾ ਦੇ ਨਾਮ ਨਾਲ ਰੰਗੇ ਜਾਂਦੇ। ਸ਼ਬਦ ਰੰਗਾਵਲੇ, ਨਾਮ ਨਾਲ ਰੰਗੇ ਜਾਂਦੇ ਨੇ। ਇਹ ਨਿਸ ਦਿਨ ਰਾਤ ਹਰਸ ਭੋਗ, ਉਹ ਹਰੀ ਰਸ ਨਾਮ ਰਸ ਨੂੰ ਭੋਗਦੇ ਹਨ। ਉਹ ਨਾਮ ਰਸ ਦਿਨ ਰਾਤ ਉਹਦਾ ਆਨੰਦ ਮਾਣਦੇ। ਨਾਮ ਜਪਦੇ ਨੇ, ਉਹਦੇ ਵਿੱਚ ਉਹਨਾਂ ਰਸ ਆਉਂਦਾ ਹੈ। ਉਹ ਬੜੇ ਪਿਆਰ ਨਾਲ ਰਸ ਦੇ ਨਾਲ ਨਾਮ ਜਪਦੇ ਰਹਿੰਦੇ ਹਨ। ਚਿੱਤ ਚੱਲੈ ਵਿਤ ਜਾਵ ਨੂੰ, ਸਾਖਤ ਡੋਲ ਡੁਲਾਏ। ਬਾਹਰ ਢੂੰਡ ਵਿਗੁਚੀਐ, ਘਰ ਮੈਂ ਵਸਤ ਸੁਥਾਏ। ਮਨਮੁਖ ਹਉਮੈ ਕਰ ਮੁਸੀ, ਗੁਰਮੁਖ ਪੱਲੇ ਪਾਏ। ਚਿੱਤ ਚੱਲੈ ਵਿਤ ਜਾਵ ਨੂੰ, ਵਿਤ ਦਾ ਧਨ ਦੌਲਤ। ਚਿੱਤ ਚਲਾਏਮਾਨ ਹੈ ਵੀ ਕਿਤੇ ਧਨ ਗੁਆਚ ਨਾ ਜਾਵੇ, ਕਿਤੇ ਧਨ ਕੋਈ ਚੋਰੀ ਨਾ ਹੋ ਜਾਏ ਜੀ, ਕਿਤੇ ਮੇਰੇ ਪੈਸੇ ਨਾ ਕਢਾ ਲਏ। ਵੱਡਿਆਂ ਦੇ ਲੋਕ ਲੱਖਾਂ ਰੁਪਏ ਬੈਂਕਾਂ 'ਚ ਕਢਾ ਲੈਂਦੇ ਨੇ। ਆਪਣੇ ਬੀਬੀ ਜਿਹੜੀ ਪਟਿਆਲੇ ਵਾਲੀ ਮਹਾਰਾਣੀ, ਹਾਂ ਕਿੰਨੇ ਲੱਖ ਰੁਪਈਆ ਕਿਸੇ ਨੇ ਕਢਾ ਲਿਆ ਸੀ ਬੈਂਕ 'ਚੋਂ। ਉਹ ਤਾਂ ਚਲੋ ਤਕੜੇ ਸਨ, ਤਗੜੇ ਇਨਕੁਆਇਰੀਆਂ ਕਰੀ ਗਿਆ, ਪੁਲਿਸ ਵਾਲੇ ਫੜ ਲਿਆ, 21 ਲੱਖ ਰੁਪਈਆ ਕਢਾ ਲਿਆ ਉਹਦਾ। ਇਸ ਲਈ ਮਨ 'ਚ ਰਹਿੰਦਾ ਹੈ। ਉਹ ਸਾਵਧਾਨ ਵੀ ਕਰਦੇ ਰਹਿੰਦੇ ਨੇ। ਬੈਂਕਾਂ ਵਾਲੇ ਕੀ ਆਉਂਦਾ ਰਹਿੰਦਾ ਮੋਬਾਈਲ 'ਤੇ ਕਿ ਭਾਈ ਤੁਹਾਡੇ ਤੋਂ ਕੋਈ ਆਧਾਰ ਕਾਰਡ ਨੰਬਰ ਪੁੱਛੇ, ਤੁਹਾਡੇ ਕੋਈ ਪੈਨ ਕਾਰਡ ਪੁੱਛੇ, ਤੁਹਾਡੇ ਤੋਂ ਕੋਈ ਪੁੱਛੇ, ਦੱਸਣਾ ਨਹੀਂ ਹੈਗਾ ਕਿਸੇ ਨੂੰ। ਬੈਂਕ ਵਾਲਿਆਂ ਦੇ ਵੀ ਆਉਂਦੇ ਵੀ ਅਸੀਂ ਨਹੀਂ ਤੁਹਾਡੇ ਤੋਂ ਪੁੱਛਦੇ, ਅਸੀਂ ਜੋ ਪੁੱਛਣਾ ਹੈਗਾ ਤੁਹਾਡੇ ਤੋਂ ਲਿਖਤੀ ਰੂਪ 'ਚ ਪੁੱਛਾਂਗੇ। ਮੂੰਹ ਜ਼ਬਾਨੀ ਕਿਸੇ ਸਾਡੀ ਇਸ ਤਰ੍ਹਾਂ ਕਿਸੇ ਕੋਈ ਨੰਬਰ ਤੁਹਾਡਾ ਪੁੱਛਦਾ ਹੈ, ਕਿਸੇ ਨੂੰ ਕੁਛ ਨਹੀਂ ਦੱਸਣਾ। ਪਤਾ ਹੈ ਨਾ ਵੀ ਲੋਕ ਠੱਗੀਆਂ ਕਰਨ ਲੱਗ ਪਏ। ਚਿੱਤ ਚੱਲੈ ਵਿਤ ਜਾਵ ਨੂੰ, ਸਾਖਤ ਡੋਲ ਡੁਲਾਏ। ਇਹ ਜਿਹੜਾ ਸਾਖਤ ਮਾਇਆ ਧਾਰੀ ਡੋਲਦਾ ਰਹਿੰਦਾ ਹੈ ਵੀ ਕਿਤੇ ਮਾਇਆ ਚਲੀ ਹੋਈ ਨਾ ਜਾਵੇ, ਕਿਤੇ ਮਾਇਆ ਨਹੀਂ ਚਲੀ ਜਾਵੇ। ਉਹਦਾ ਚਿੱਤ ਜਿਹੜਾ ਹੈ ਚਲਾਏ ਮਨ ਰਹਿੰਦਾ ਹੈ, ਅਡੋਲ ਨਹੀਂ ਰਹਿੰਦਾ ਹੈ। ਬਾਹਰ ਢੂੰਡ ਵਿਗੁਚੀਐ, ਘਰ ਮੈਂ ਵਸਤ ਸੁਥਾਏ। ਉਹ ਬਾਹਰ ਢੂੰਡਦਾ ਰਹਿੰਦਾ ਸ਼ਾਂਤੀ, ਵੀ ਜਿਹੜਾ ਮੇਰਾ ਮਨ ਡੋਲਦਾ ਹੈ, ਪਤਾ ਨਹੀਂ ਬਾਹਰੋਂ ਕਿਸੇ ਸਾਧਨ ਦੇ ਨਾਲ ਇਹ ਡੋਲ ਹੋ ਜਾਏਗਾ। ਇਸ ਤਰ੍ਹਾਂ ਨਹੀਂ ਕਹਿੰਦੇ ਹੁੰਦਾ। ਬਾਹਰ ਲੱਭ ਵਿਗੁਚਣਾ ਹੁੰਦਾ ਖੁਆਰ ਹੋਣਾ। ਬਾਹਰੋਂ ਸ਼ਾਂਤੀ ਬਾਹਰੋਂ ਨਹੀਂ ਮਿਲਦੀ। ਸ਼ਾਂਤੀ ਦਾ ਸੰਬੰਧ ਅੰਦਰ ਨਾਲ ਹੈ। ਬਾਹਰ ਸਰੀਰਕ ਸੁੱਖ ਕਿੰਨੇ ਵੀ ਤੁਹਾਨੂੰ ਕਿਉਂ ਨਾ ਹੋਣ, ਮਨ ਤੁਹਾਡਾ ਫਿਰ ਵੀ ਅਸ਼ਾਂਤ ਹੋ ਸਕਦਾ ਹੈ। ਸਰੀਰਕ ਸੁੱਖਾਂ ਦਾ ਮਨ ਨਾਲ ਕੋਈ ਸੰਬੰਧ ਨਹੀਂ ਹੈ। ਮਨ ਨੂੰ ਸੁੱਖ ਸਿਰਫ ਪਰਮਾਤਮਾ ਦੀ ਭਜਨ ਬੰਦਗੀ ਕਰਨਾ ਮਿਲਦਾ, ਨਹੀਂ ਤੇ ਇਹਨੂੰ ਕਿਸੇ ਤਰ੍ਹਾਂ ਨਹੀਂ ਮਿਲਦਾ। ਮੈਨੂੰ ਕਿਸੇ ਤਰ੍ਹਾਂ ਨਹੀਂ ਮਿਲਦਾ, ਕਿਉਂਕਿ ਮਨ ਹਮੇਸ਼ਾ ਹੀ ਭੁੱਖਾ ਰਹਿੰਦਾ ਹੈ। ਇਹ ਛੋਟੇ ਜਵਾਕ ਵਰਗਾ ਹੈ। ਤੁਸੀਂ ਉਹਨੂੰ ਦੁੱਧ ਪਿਲਾਤਾ, ਕੁਝ ਦੇਰ ਸੌਂ ਜਾਏਗਾ, ਉਹਨੂੰ ਭੁੱਖ ਲੱਗੇ, ਫਿਰ ਉਹ ਰੋਣ ਲੱਗ ਜਾਏਗਾ। ਫਿਰ ਤੁਸੀਂ ਬਥੇਰਾ ਉਹਨੂੰ ਕੁੱਛੜ ਚੁੱਕਦੇ ਹੋ, ਹਲਾਉਂਦੇ ਹੋ ਹੈ, ਉਹ ਨਹੀਂ, ਉਹਨੂੰ ਤਾਂ ਭੁੱਖ ਲੱਗੀ ਹੈ। ਉਹ ਕੋਈ ਦੇਰ 'ਤੇ ਚੁੱਪ ਕਰਦੇ, ਫਿਰ ਚੀਂ ਲੱਗ ਜਾਂਦਾ ਕਰਨ।
ਤੁਹਾਡੇ ਕੋਲ ਵੇਲ ਨਹੀਂ ਹੈ ਉਹਨੂੰ ਦੁੱਧ ਚੰਗਾਉਣ ਦੇ, ਤੁਸੀਂ ਉਹਨੂੰ ਖਿਡਾਉਣਾ, ਕੋਈ ਛਣਕਣਾ ਦੇ ਦਿੰਦੇ ਹੋ, ਉਹ ਕੁਝ ਦੇਰ ਛਣਕਾਉਂਦਾ, ਉਹਨੂੰ ਭੁੱਖ ਲੱਗੀ ਉਹ ਫਿਰ ਰੋਣ ਲੱਗਦਾ। ਐਂ ਹੀ ਸਾਡਾ ਮਨ ਹੈ, ਇਹ ਬਾਹਰਲੇ ਸਾਧਨਾਂ ਦੇ ਨਾਲ ਸੰਤੁਸ਼ਟ ਨਹੀਂ ਹੁੰਦਾ, ਖੁਸ਼ ਨਹੀਂ ਹੁੰਦਾ। ਇਹਨੂੰ ਇਹਦੀ ਖੁਰਾਕ ਹੈ ਪਰਮਾਤਮਾ ਦਾ ਨਾਮ, ਬਾਣੀ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਫਿਰ ਜਾ ਕੇ ਮਨ ਸ਼ਾਂਤ ਹੁੰਦਾ ਹੈ, ਉਂਝ ਨਹੀਂ ਹੁੰਦਾ ਹੈ। ਘਰ ਮੈਂ ਵਸਤੂ ਸੁਥਾਏ, ਸੁਥਾਏ ਹੁੰਦੇ ਸੋਹਣੇ ਥਾਂ 'ਤੇ ਹਿਰਦੇ ਦੇ ਵਿੱਚ। ਇਹ ਨਾਮ ਰੂਪੀ ਵਸਤੂ ਮਨੁੱਖ ਦੇ ਹਿਰਦੇ ਦੇ ਵਿੱਚ ਹੈ। ਮਨਮੁਖ ਹਉਮੈ ਕਰ ਮੁਸੇ, ਮਨਮੁਖ ਹਉਮੈ ਕਰ ਮੁਸੀ, ਗੁਰਮੁਖ ਪੱਲੇ ਪਾਏ। ਜਿਹੜੇ ਮਨਮੁਖ ਜੀਵ ਇਸਤਰੀਆਂ ਹਉਮੈ ਕਰ ਕਰਕੇ ਲੁੱਟੀ ਗਈ, ਮੁਸੀ ਉਹਨਾਂ ਲੁੱਟੀ ਜਾਣਾ, ਠੱਗੀ ਜਾਣਾ। ਮਨਮੁਖ ਨੇ ਮਾਇਆ ਦੀ ਹਉਮੈ ਕੀਤੀ, ਅੰਦਰ ਜੋ ਗੁਣ ਸਨ ਉਹ ਸਾਰੇ ਲੁੱਟੇ ਗਏ। ਗੁਰਮੁਖ ਪੱਲੇ ਪਾਏ, ਜਿਹੜਾ ਗੁਰਮੁਖ ਹੁੰਦਾ ਉਹ ਨਾਮ ਜਪਦਾ ਹੈ, ਉਹ ਨਾਮ ਧਨ ਇਕੱਠਾ ਕਰ ਲੈਂਦਾ ਹੈ, ਨਾਮ ਧਨ ਉਹਦੇ ਪੱਲੇ ਪੈਂਦਾ ਹੈ। ਅੱਗੇ ਕਹਿੰਦੇ ਸਾਕਤ ਨਿਰਗੁਣੇ ਆਰਿਆ, ਆਪਣਾ ਮੂਲ ਪਛਾਣ, ਰਕਤ ਬਿੰਦ ਕਾ ਇਹ ਤਨੁ, ਅਗਨੀ ਪਾਸ ਪਿਰਾਨ, ਪਵਨੈ ਕੈ ਵਸ ਦੇਹਰੇ, ਮਸਤਕ ਸੱਚ ਨਿਸ਼ਾਨ। ਸਾਕਤ ਨਿਰਗੁਣ, ਸਾਕਤ ਮਾਇਆ ਧਾਰੀ ਨੂੰ ਕਹਿੰਦੇ, ਭਾਵ ਨਾਸਤਕ। ਹੈ ਨਾਸਤਕ, ਹੈ ਨਿਰਗੁਣਿਆਰਿਆ, ਆਪਣਾ ਮੂਲ ਪਛਾਣ, ਤੂੰ ਪਹਿਚਾਣ ਤੂੰ ਹੈ ਕੌਣ। ਤੂੰ ਇਹ ਪਹਿਚਾਣ ਕਿ ਤੂੰ ਹੈ ਕੌਣ, ਤੂੰ ਆਪਣਾ ਮੂਲ ਪਛਾਣ। ਜਦੋਂ ਬੰਦਾ ਫਿਰ ਅਧਿਐਨ ਕਰੇ, ਉਹਨੂੰ ਪਤਾ ਲੱਗੇ ਵੀ ਉਹ ਮੇਰਾ ਮੂਲ ਤੇ ਪਰਮਾਤਮਾ ਹੈ, ਮੈਂ ਉਸੇ ਦੀ ਅੰਸ਼ ਹਾਂ। ਆਪਣੇ ਹੀ ਕੀਤੇ ਕਰਮਾਂ ਕਰਕੇ ਮੈਂ ਉਸ ਤੋਂ ਵਿਛੜ ਗਿਆ ਹਾਂ। ਕਿਉਂਕਿ ਮੈਂ ਉਸ ਤੋਂ ਵਿਛੜਿਆ ਹੋਇਆ ਹਾਂ, ਇਸ ਲਈ ਮੈਂ ਦੁਖੀ ਹਾਂ, ਇਸ ਲਈ ਮੈਂ ਦੁਖੀ। ਇਸ ਲਈ ਕਹਿੰਦੇ ਹੇ ਨਾਸਤਕ, ਹੇ ਨਿਰਗੁਣਿਆਰਿਆ, ਆਪਣੇ ਮੂਲ ਨੂੰ ਜਾਣ, ਤੂੰ ਕੌਣ ਹੈ। ਜਿਹਨੂੰ ਤੂੰ ਸਮਝਦੇ ਨਾ ਮੈਂ ਸਰੀਰ ਹਾਂ, ਕਹਿੰਦੇ ਰਕਤ ਲਹੂ ਨੂੰ ਕਹਿੰਦੇ ਨੇ, ਮਾਤਾ ਦਾ ਲਹੂ, ਬਿੰਦ ਪਿਤਾ ਦਾ ਵੀਰਜ ਕਾ ਇਹ ਤੈਨੂੰ, ਇਹ ਤਾਂ ਦੋ ਚੀਜ਼ਾਂ ਦਾ ਸਰੀਰ ਬਣਿਆ ਹੋਇਆ ਹੈ। ਮਾਤਾ ਦੇ ਲਹੂ ਤੋਂ ਅਤੇ ਪਿਤਾ ਦੇ ਵੀਰਜ ਤੋਂ ਇਹ ਤਨ ਬਣਿਆ ਹੋਇਆ। ਅਗਨੀ ਪਾਸ ਪ੍ਰਾਣ, ਤੇ ਇਹਨੂੰ ਅੱਗ ਦੇ ਕੋਲ ਰੱਖਿਆ ਹੋਇਆ ਹੈ। ਇਹ ਅੱਗ ਦੇ, ਕਿਉਂਕਿ ਇਹਦੇ ਅੰਦਰ ਅੱਗ ਹੈ। ਮਾਤਾ ਦੇ ਪੇਟ ਵਿੱਚ ਅੱਗ ਹੈ, 3 ਪ੍ਰਕਾਰ ਦੀ ਅੱਗ ਗਿਣੀ ਗਈ ਹੈ। ਇੱਕ ਮਾਤਾ ਦੇ ਪੇਟ ਦੀ, ਇੱਕ ਜੰਗਲ ਦੀ ਅੱਗ, ਇੱਕ ਸਮੁੰਦਰ ਦੀ ਅੱਗ। ਤੁਸੀਂ ਕਹੋ ਸਮੁੰਦਰ 'ਚ ਵੀ ਅੱਗ ਹੁੰਦੀ ਹੈ। ਜਿਹੜੇ ਜੋਗਰਾਫੀ ਪੜ੍ਹੇ ਹੋਏ ਹਨ ਉਹਨਾਂ ਨੂੰ ਪਤਾ, ਜਿਹੜਾ ਭੂ-ਮੱਧ ਰੇਖਾ ਜਿੱਥੇ ਲੰਘਦੀ ਹੈ ਨਾ, ਉੱਥੇ ਜਿਹੜਾ ਸਮੁੰਦਰ ਹੈ ਪਾਣੀ ਉਬਲਦਾ ਹੁੰਦਾ ਉਹਦਾ। ਹਾਂ, ਕਿਉਂਕਿ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਨੇ, ਇਸ ਲਈ ਪਾਣੀ ਗਰਮ ਹੋ ਜਾਂਦਾ ਹੈ। ਉੱਥੇ ਪਾਣੀ ਹੀ ਗਰਮ ਹੋ ਜਾਂਦਾ ਹੈ, ਕਿਉਂਕਿ ਜਿਹੜਾ ਪੂਰਬ ਪੱਛਮ ਉੱਤਰ ਅਤੇ ਦੱਖਣ ਜੇ 2 ਦਿਸ਼ਾਵਾਂ ਨੇ, ਪੋਲ ਜਿਹੜੇ ਨੇ, ਉੱਥੇ ਸੂਰਜ ਦੀਆਂ ਕਿਰਨਾਂ ਟੇਢੀਆਂ ਪੈਂਦੀਆਂ ਨੇ, ਇਸ ਲਈ ਉੱਥੇ ਦਾ ਪਾਣੀ ਹਮੇਸ਼ਾ ਠੰਡਾ ਰਹਿੰਦਾ, ਬਰਫ ਵਰਗਾ ਰਹਿੰਦਾ। ਸਮੁੰਦਰ ਦੇ ਵਿੱਚ ਹੀ 2 ਪ੍ਰਕਾਰ ਦੇ ਦਰਿਆ ਚੱਲ ਰਹੇ ਹੁੰਦੇ ਨੇ। ਉਹਦੇ ਕੰਢੇ ਮਿੱਟੀ ਦੇ ਨਹੀਂ ਹੁੰਦੇ, ਪਾਣੀ ਦੇ ਹੀ ਹੁੰਦੇ ਨੇ। ਕਈ ਮੀਲ ਚੌੜਾ ਪਾਣੀ, ਕਈ ਕਿਲੋਮੀਟਰ ਤੱਤੇ ਦਾ ਤੱਤਾ ਹੀ ਚੱਲ ਰਿਹਾ ਪਾਣੀ। ਉਹ ਜਿੱਥੇ ਠੰਡਾ ਚੱਲ ਰਿਹਾ ਉੱਥੇ ਠੰਡਾ ਹੀ ਕਈ ਕਿਲੋਮੀਟਰ ਚੌੜਾ ਅਤੇ ਕਈ ਕਿਲੋਮੀਟਰ ਲੰਮਾ ਪਾਣੀ ਠੰਡਾ ਚੱਲ ਰਿਹਾ ਹੈ। ਠੰਡੇ ਅਤੇ ਤੱਤੇ ਦੇ ਦਰਿਆ ਚੱਲ ਰਹੇ ਨੇ। ਇਸ ਲਈ ਤੀਜੀ ਅੱਗ ਦਰਿਆ ਸਮੁੰਦਰ ਦੀ ਗਿਣੀ ਗਈ ਹੈ, ਇੱਕ ਅੱਗ ਜੰਗਲ ਦੀ ਗਿਣੀ ਗਈ ਹੈ, ਇੱਕ ਅੱਗ ਮਾਇਆ ਦੇ ਪੇਟ ਦੀ, ਮਾਤਾ ਦੇ ਪੇਟ ਦੀ ਗਿਣੀ ਗਈ ਹੈ। ਇਹ ਤਾਂ ਸਾਡੇ ਉੱਤੇ ਨਾ, ਜਦੋਂ ਬੱਚਾ ਹੁੰਦਾ ਉਹਦੇ ਉੱਤੇ ਗਲਾਫ ਹੁੰਦਾ ਇੱਕ, ਜਿਸ ਨੂੰ ਕੀ ਕਹਿੰਦੇ ਨੇ, ਜੇ ਬੱਚੇ ਡੰਗਰ ਜੰਮਦੇ ਉੱਤੇ ਜੇਰ, ਹਾਂ ਜੇਰ ਹੁੰਦੀ। ਜੇਰ ਜਿਹੜੀ ਹੈ ਸਾਡੇ ਉਸ ਉੱਤੇ ਜੇਰ ਹੈ, ਜੇਰ ਕਾਰਨ ਅਸੀਂ ਬਚੇ ਹੋਏ ਹਾਂ। ਇਸੇ ਤਰ੍ਹਾਂ ਹੀ ਸਾਡੀ ਜਿਹੜੀ ਧਰਤੀ ਹੈ ਇਹਦੇ ਉੱਤੇ 600 ਕਿਲੋਮੀਟਰ ਤੱਕ ਗਲਾਫ ਚੜ੍ਹਿਆ ਹੋਇਆ ਹੈ। ਉਹ ਜਿਹੜਾ ਹੈ ਸੂਰਜ ਦੀਆਂ ਸਿੱਧੀਆਂ ਕਿਰਨਾਂ ਰੋਕਦਾ।
ਰੋਕ ਕੇ ਸਾਡੀ ਧਰਤੀ ਨੂੰ ਜਿੰਨੀ ਗਰਮੀ ਚਾਹੀਦੀ ਸਿਰਫ ਉਨੀ ਹੀ ਹੇਠਾਂ ਭੇਜਦਾ, ਬਾਕੀ ਰੋਕੀ ਰੱਖਦਾ। ਜਿਵੇਂ ਗਰਮੀਆਂ ਤੁਸੀਂ ਧੁੱਪੇ ਜਾ ਰਹੇ, ਤੁਹਾਡੇ 'ਤੇ ਛਤਰੀ ਹੁੰਦੀ ਹੈ ਕਿ ਨਹੀਂ? ਉਹ ਕੀ ਕਰਦੀ ਹੈ ਵੀ ਸੂਰਜ ਦੀਆਂ ਸਿੱਧੀਆਂ ਕਿਰਨਾਂ ਸਾਡੇ 'ਤੇ ਨਾ ਪੈਣ, ਉਹ ਰੋਕ ਕੇ ਰੱਖੇ। ਉਹ ਟੋਟਲ ਗਰਮੀ ਨਹੀਂ ਰੋਕਦੀ। ਸਾਨੂੰ ਗਰਮੀ ਵੀ ਕੁਝ ਹਿੱਸਾ ਚਾਹੀਦੀ ਹੁੰਦੀ ਹੈ। ਜੇ ਆਪਾਂ ਹਰ ਵਕਤ ਏਸੀ ਦੇ ਕਮਰੇ 'ਚ ਬੈਠੇ ਰਹੀਏ, ਅਸੀਂ ਕਿਤੇ ਬਿਮਾਰ ਹੋ ਜਾਵਾਂਗੇ। ਸਾਡੇ ਸਰੀਰ ਨੂੰ ਗਰਮੀ ਵੀ ਚਾਹੀਦੀ ਹੁੰਦੀ ਹੈ, ਸਾਡੇ ਸਰੀਰ ਨੂੰ ਕਈ ਚੀਜ਼ਾਂ ਚਾਹੀਦੀਆਂ ਹੁੰਦੀਆਂ ਹਨ। ਇਸ ਲਈ ਕਹਿੰਦੇ ਨੇ ਭਾਈ ਸੈਰ ਕਰੋ, ਵੀ ਤਾਂ ਜੋ ਤੁਹਾਨੂੰ ਥੋੜ੍ਹਾ ਬਹੁਤਾ ਪਸੀਨਾ ਆਵੇ। ਸਰੀਰ ਨੂੰ ਪਸੀਨਾ ਹੀ ਨਹੀਂ 12 ਮਹੀਨੇ ਆਇਆ ਅਤੇ ਇਹਦੇ ਬਿਮਾਰ ਹੋਣ ਦਾ ਖਤਰਾ ਰਹਿੰਦਾ ਹੈ। ਜਾਂ ਘਰ ਐਕਸਰਸਾਈਜ਼ ਕਰੋ, ਘਰ ਟੱਪੋ, ਸਭ ਤੋਂ ਸੌਖਾ। ਚਲੋ ਵੱਡੀ ਉਮਰ ਹੋ ਗਈ, ਜੇ ਗੋਡੇ ਗਾਡੇ ਲੱਕ ਖਰਾਬ ਹੋਣਾ, ਕਿਤੇ ਟੱਪ ਬੈਠੇ ਹੋ, ਨਹੀਂ ਤਾਂ ਜਾਂਦਾ ਰਹੋ ਸਾਰਾ ਕੰਮ। ਨਹੀਂ ਤਾਂ ਜਿਵੇਂ ਸਕਿਪਿੰਗ ਕਰਦੇ ਨੇ, ਰੱਸੀ ਟੱਪਦੇ, ਚ ਰੱਸੀ ਲੈ ਕੇ ਟੱਪਣ ਦੀ ਲੋੜ ਨਹੀਂ ਹੁੰਦੀ, ਉਂਝ ਹੀ ਟੱਪੀ ਜਾਓ, ਉਹਦੇ ਤੁਹਾਡਾ ਸਾਰਾ ਸਰੀਰ ਹਿੱਲੂਗਾ। ਆਹ ਜਿਹੜਾ ਤੁਹਾਡਾ ਪੇਟ ਅੱਗੇ ਵਧੇ ਨਾ 10-10 ਇੰਚ, ਇਹ ਕੱਟਣੇ ਸ਼ੁਰੂ ਹੋ ਜਾਣਗੇ। ਪਰ ਜੇ ਕੋਈ ਬਹੁਤਾ ਬੁੜਾ ਹੋ ਗਿਆ ਤਾਂ ਪਹਿਲਾਂ ਅਭਿਆਸ ਨਹੀਂ, ਉਹ ਨਾ ਪੰਗਾ ਲੈ ਲਿਓ ਕਿਤੇ। ਹਾਂਜੀ, ਅੱਜ ਜਿਹੜੇ ਥੋੜ੍ਹੇ ਜਵਾਨ ਨੇ, ਹੁਣ ਮੈਂ ਰੋਜ਼ 100 ਵਾਰ ਰੱਸੀ ਟੱਪਦਾ ਸੀ, ਸਕਿਪਿੰਗ ਕਰਦਾ ਸੀ। ਡਾਕਟਰ ਸਾਹਿਬ ਨੇ ਕਹਿਤਾ ਵੀ ਲਗਾਤਾਰ ਇੱਕੋ ਵਾਰ 100 ਵਾਰੀ ਨਹੀਂ ਟੱਪਣਾ ਜੀ ਬਾਬਾ ਜੀ, ਵੀ ਹੁਣ ਵੱਡੀ ਉਮਰ ਹੋ ਗਈ, 50-50 ਕਰਕੇ 2 ਵਾਰੀ ਟੱਪ ਲਿਆ ਕਰੋ ਸਵੇਰੇ ਸ਼ਾਮੀ। ਪੇਟ ਖਾਲੀ ਹੋਣਾ ਚਾਹੀਦਾ। ਸਵੇਰੇ ਨਹਾ ਧੋ ਕੇ 50 ਵਾਰੀ ਆਪਣਾ ਟੱਪ ਲਓ। ਸ਼ਾਮ ਨੂੰ 6 ਵਜੇ ਤੋਂ ਪਹਿਲਾਂ, ਜਦੋਂ ਤੁਸੀਂ ਜਿਹੜਾ ਰੋਟੀ ਖਾਣ ਤੋਂ ਪਹਿਲਾਂ ਉਹਨੂੰ ਤੁਸੀਂ ਦੂਜੀ ਵਾਰੀ ਵੀ 50 ਵਾਰੀ ਟੱਪ ਲਓ। ਉਹਦੇ ਨਾਲ ਕੀ ਹੋਏਗਾ ਵੀ ਸਾਰਾ ਸਰੀਰ ਹਿਲਦਾ ਜੁਲਦਾ। ਸੈਰ ਨਾਲ ਇੰਨਾ ਸਾਡੀ ਬੋਡੀ ਨਹੀਂ ਹਿਲਦੀ ਜਿੰਨੀ ਟੱਪਣ ਨਾਲ ਹਿਲਦੀ ਹੈ। ਟੱਪ ਕੇ ਵੇਖ ਲਿਓ। ਪਰ ਜਿਨ੍ਹਾਂ ਦੇ ਗੋਡੇ ਦੁਖਦੇ ਨੇ ਜਾਂ ਕੋਈ ਹੋਰ ਹੈ, ਉਹ ਨਾ ਅਭਿਆਸ ਕਰਿਓ, ਨਹੀਂ ਤਾਂ ਕੱਲ੍ਹ ਮੈਨੂੰ ਕੋਈ ਬਾਬਾ ਜੀ ਸਾਡਾ ਤੁਸੀਂ ਭੱਠਾ ਬਿਠਾਤਾ ਹੈਗਾ। ਹਾਂ, ਜਿਹਨੇ ਥੋੜ੍ਹੇ ਸਰੀਰ ਠੀਕ ਨੇ, ਮੈਂ ਉਹਨਾਂ ਲਈ, ਜਿਹੜੇ ਨੌਜਵਾਨ ਬੱਚੇ ਨੇ, ਕਈ ਵਾਰੀ ਜਿਹੜਾ ਬੱਚਾ ਮੈਨੂੰ ਮੋਟਾ ਮਿਲਦਾ, ਮੈਂ ਉਹਨੂੰ ਕਿਹਾ ਭਾਈ ਰੱਸੀ ਟੱਪਿਆ ਕਰ। ਚਲੋ ਸੈਰ ਲਈ ਤੇਰੇ ਕੋਲ ਸਮਾਂ ਨਹੀਂ ਹੁੰਦਾ, ਕਈ ਵਾਰੀ ਸਮਾਂ ਬੰਦੇ ਕੋਲ। ਜਾਂ ਹੁਣ ਬਾਹਰ ਸਰਦੀ ਦੇ ਮੌਸਮ ਇੰਨੀ ਠੰਡ ਹੁੰਦੀ ਹੈ ਵੀ ਬਾਹਰ ਸੈਰ ਹੀ ਨਹੀਂ ਕਰ ਹੁੰਦੀ ਸਵੇਰੇ। ਤੁਸੀਂ ਘਰ ਆਪਣੇ ਰੱਸੀ ਟੱਪੀ ਜਾਓ। ਛੋਟੀ ਉਮਰ ਤੋਂ ਬੱਚਿਆਂ ਨੂੰ ਆਦਤ ਪਾ ਦਿਓ। ਰੱਸੀ ਟੱਪਣ ਵਾਲੀ ਲੜਕੀ ਅਤੇ ਪੀਂਘ ਝੂਟਣ ਵਾਲੀ ਲੜਕੀ ਕਦੇ ਬਾਂਝ ਹੁੰਦੀ ਹੋਈ ਨਹੀਂ ਹੈ। ਅੱਜ ਬਾਂਝ ਹੋਈ ਜਾਣ ਦਾ ਦਿਨੋਂ ਦਿਨ ਆਹੀ ਕਾਰਨ ਹੈ ਕਿ ਲੋਕ ਰੱਸੀਆਂ ਟੱਪਣੋਂ ਹਟ ਗਏ, ਪੀਂਘਾਂ ਝੂਟਣੋਂ ਹਟ ਗਏ। ਬੱਚਿਆਂ ਨੂੰ ਬੜਾ ਸ਼ੌਕ ਹੁੰਦਾ, ਇਹ ਤਾਂ ਸਕੂਲੋਂ ਆਏ ਰੇਸ ਲੱਗਦੇ, ਪੀਂਘਾਂ ਝੂਟਣ ਲੱਗਦੇ। ਹਾਂਜੀ, ਪੀਂਘ ਝੂਟਣਾ ਅਤੇ ਰੱਸੀ ਟੱਪਣਾ ਇਹ ਬਹੁਤ ਹੀ ਲਾਭਦਾਇਕ ਚੀਜ਼ ਹੈ। ਖੈਰ, ਗੁਰੂ ਮਹਾਰਾਜ ਦੱਸ ਰਹੇ ਸੀ ਆਪਾਂ ਨੂੰ, ਰਕਤ ਬਿੰਦਕਾ ਇਹ ਤਨੂੰ ਅਗਨੀ ਪਾਸ ਪ੍ਰਾਣ ਹੁੰਦਾ ਪਹਿਚਾਣ, ਜਾਣ ਲੈ ਕਿ ਜਿਹੜਾ ਹੈ ਇਹ ਅੱਗ ਦੇ ਵਿੱਚ ਹੀ ਤੈਨੂੰ ਇੱਕ ਦਿਨ ਪਾਉਣਾ ਇਸ ਸਰੀਰ ਨੂੰ। ਪਵਨੈ ਕੈ ਵਸ ਦੇਹਰੀ ਮਸਤਕ ਸੱਚ ਨਿਸ਼ਾਨ। ਇਹ ਜਿਹੜਾ ਸਾਡੇ ਸਰੀਰ ਹੈ ਨਾ, ਪਵਨ ਪਾਸ ਸਵਾਸ, ਇਹ ਤਾਂ ਸਵਾਸਾਂ ਦੇ ਵਸ। ਸਵਾਸ ਆਈ ਗਏ, ਸਰੀਰ ਚੱਲ ਰਿਹਾ, ਨਹੀਂ ਸਵਾਸ ਹੈ ਤੇ ਖਤਮ। ਪਵਨੈ ਕੈ ਵਸ ਦੇਹਰੀ ਮਸਤਕ ਸੱਚ ਨਿਸ਼ਾਨ। ਜਦੋਂ ਫਿਰ ਮਨੁੱਖ ਪਵਨ ਦੇ ਨਾਲ, ਸਾਹ ਦੇ ਨਾਲ ਨਾਮ ਜਪਦਾ, ਸਾਹ ਅੰਦਰ ਲਿਆ ਵਾਹਿਗੁਰੂ, ਬਾਹਰ ਕੱਢਿਆ ਵਾਹਿਗੁਰੂ। ਕਹਿੰਦੇ ਸਾਹ ਸਿਮਰੋ ਗੋਬਿੰਦ, ਸੌਖਾ ਢੰਗ ਹੈ। ਸਾਹ ਲਓ ਵਾਹਿਗੁਰੂ, ਸਾਹ ਬਾਹਰ ਕੱਢੋ ਵਾਹਿਗੁਰੂ, ਜਾਂ ਸਾਹ ਲਓ ਵਾਹੇ, ਬਾਹਰ ਕੱਢੋ ਗੁਰੂ। ਉਹ ਤੇਰੀ ਆਪਣੀ ਮਰਜ਼ੀ ਹੈ, ਜਿਵੇਂ ਤੁਹਾਨੂੰ ਸੌਖਾ ਲੱਗੇ। ਉਹ ਸਵਾਸ ਸਿਮਰਨ ਜਦੋਂ ਹੋ ਜਾਂਦਾ ਹੈ, ਫਿਰ ਕੀ ਹੁੰਦਾ, ਮਸਤਕ ਸੱਚ ਨਿਸ਼ਾਨ, ਮੱਥੇ 'ਤੇ ਫਿਰ ਨਾਮ ਦਾ ਨਿਸ਼ਾਨ ਪੈ ਜਾਂਦਾ, ਠੱਪਾ ਲੱਗ ਜਾਂਦਾ ਵੀ ਇਹਨੇ ਨਾਮ ਜਪਿਆ ਹੋਇਆ ਹੈ। ਫਿਰ ਦਰਗਾਹ 'ਚ ਉਹਨੂੰ ਕੋਈ ਰੋਕਦਾ ਨਹੀਂ ਹੈਗਾ। ਜਿਵੇਂ ਤੁਸੀਂ ਦੇਖਿਆ, ਜਿਹੜੇ ਝੋਟੇ ਅਤੇ ਢੱਠੇ ਹੁੰਦੇ ਨੇ, ਉਹਨਾਂ ਨੂੰ ਠੱਪਾ ਲਾ ਦਿੰਦੇ ਪੱਟ ਦੇ ਉੱਤੇ, ਵੀ ਉਹਨੂੰ ਕੋਈ ਮਾਰ ਨਹੀਂ ਸਕਦਾ, ਆਪਣੇ ਖੇਤ 'ਚੋਂ ਕੱਢ ਨਹੀਂ ਕੋਈ ਸਕਦਾ। ਜੇ ਕਿਤੇ ਖੇਤ 'ਚੋਂ ਝੋਟਾ ਜਾਂ ਢੱਠਾ ਜਿਹਦੇ ਠੱਪਾ ਲੱਗਾ ਹੋਇਆ ਆ ਕੇ ਵੜ ਜਾਂਦਾ ਸੀ, ਉਹਨੂੰ ਡੰਡਾ ਨਹੀਂ ਸੀ ਮਾਰਿਆ ਕਰਦੇ। ਹਾਲਾਂਕਿ ਕਹਿੰਦੇ ਸਰਕਾਰੀ ਸਾਹਣ ਹੈ। ਇਸ ਤਰ੍ਹਾਂ ਸਾਡੇ ਠੱਪਾ ਜਦੋਂ ਲੱਗੇ ਨਾ ਨਾਮ ਦਾ, ਤੁਸੀਂ ਕਹੋਗੇ ਕੋਈ ਮੋਹਰ ਲੱਗੇ, ਨਹੀਂ, ਉਹ ਨਾਮ ਆਪਣੇ ਆਪ ਹੀ ਪ੍ਰਗਟ ਹੋ ਜਾਂਦਾ।
ਇਹ ਨਾ ਦੇਖਣ ਲੱਗ ਜਾਓ ਕਿਸੇ ਵੀ ਤੇਰੇ ਠੱਪਾ ਲੱਗਾ ਉਸ ਤਰ੍ਹਾਂ ਨਹੀਂ ਲੱਗੇਗਾ। ਹਾਂ, ਜਿੱਥੇ ਤਾਂ ਆਪਾਂ ਨੇ ਜਾਣਾ ਨਾ ਮਰਨ ਤੋਂ ਬਾਅਦ, ਉਹਨਾਂ ਨੂੰ ਪਤਾ ਹੈ ਵੀ ਇਹਦੇ ਮੱਥੇ 'ਤੇ ਨਾਮ ਦਾ ਨਿਸ਼ਾਨ ਹੈ। ਉਹ ਕਹੇ ਆਓ ਜੀ, ਕੋਈ ਰੋਕ ਨਹੀਂ ਹੈ। ਰੇ ਦਰਗਾਹ ਕਹੇ ਨਾ ਕੋ, ਆਓ ਬੈਠ ਆਦਰ ਸ਼ੁਭ ਦਿਓ। ਹਾਂ, ਕਹੇ ਆਓ ਜੀ ਆਏ ਜੀ, ਆਓ ਜੀ ਬੈਠੋ ਜੀ, ਅਤੇ ਐ ਸਤਿਕਾਰ ਕਰਨਗੇ। ਫਿਰ ਪਤਾ ਲੱਗਦਾ ਵੀ ਹਾਂ ਯਾਰ, ਨਾਮ ਜਪਣ ਦਾ ਕਿਆ ਸਵਾਦ ਹੈ। ਆਹ ਦੂਜੇ ਡੰਡੇ ਖਾ ਰਹੇ ਨੇ ਅਤੇ ਤੁਹਾਡਾ ਜਿਹੜਾ ਸਤਿਕਾਰ ਉੱਥੇ ਹੋ ਰਿਹਾ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਆਪਾਂ ਇਹੀ ਸਾਤਸੰਗ ਕਰਦੇ ਰਹੀਏ, ਨਾਮ ਜਪਦੇ ਰਹੀਏ, ਸ਼ੁਭ ਕਰਮ ਕਰਦੇ ਰਹੀਏ, ਲੋਕ ਸੁਖੀਏ ਪਰਲੋਕ ਸੁਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।